ਦੋਹਰਾ ਸ੍ਰੀ ਗੁਰ ਚਰਨ ਸਰਨ ਪਰ ਜਨਮ ਮਰਨ ਹਰਿ ਪੀਰਾ। ਜਯਾ ਪਾਰ ਸਰੰਕ ਹੈ ਮਿਲੈ ਦਰਦ ਰਹਿ ਨ ਤੀਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਪ੍ਰਸੰਗ ਸ਼ਰਵਣ ਕਰ ਚੁੱਕੇ ਹਾਂ। ਕੁੱਲ 65 ਪ੍ਰਸੰਗ ਹੋਏ ਨੇ ਹੁਣ ਤੱਕ। 66ਵਾਂ ਪ੍ਰਸੰਗ ਜੋ ਇਸ ਪੋਥੀ ਦਾ ਸਤਿਗੁਰੂ ਬਖਸ਼ਿਸ਼ ਕਰਨ ਲੱਗੇ ਨੇ। ਸੋ ਪ੍ਰਹਿਲਾਦ ਜੀ ਦੇ ਸੰਬੰਧ ਵਿੱਚ ਇਹ ਪ੍ਰਸੰਗ ਜੋ ਕਵੀ ਸੰਤੋਖ ਸਿੰਘ ਜੀ ਨੇ ਰਚਨਾ ਕੀਤੀ ਹੈ। ਇਸ ਤੋਂ ਪਹਿਲਾਂ ਸਿੱਧਾਂ ਦੇ ਕੋਲ ਔਰ ਬਾਅਦ ਵਿੱਚ ਕਾਗ ਭਸੁੰਡ ਦੇ ਪਾਸ, ਫਿਰ ਦੱਤਾਤਰੇय ਦੇ ਪਾਸ ਸਤਿਗੁਰੂ ਮਹਾਰਾਜ ਦਰਸ਼ਨ ਦੇਣ ਵਾਸਤੇ ਗਏ ਨੇ। ਵਿਚਾਰ ਚਰਚਾ ਹੋਈ ਹੈ। ਸ਼ਰਵਣ ਕਰਦੇ ਹਾਂ ਪ੍ਰਹਿਲਾਦ ਜੀ ਦਾ ਪਿਛੋਕੜ ਅਤੇ ਕਿਸ ਪ੍ਰਕਾਰ ਗੁਰੂ ਸਾਹਿਬ ਮਹਾਰਾਜ ਪ੍ਰਹਿਲਾਦ ਜੀ ਦੇ ਪਾਸ ਗਏ ਹਨ। ਕੁਝ ਮਨ ਦੀ ਸ਼ਰਧਾ ਦੇ ਭਾਵਨਾ ਦੇ ਨਾਲ ਪ੍ਰਸੰਗ ਨੂੰ ਸ਼ਰਵਣ ਕਰਨਾ ਹੈ। ਸੋ ਕਈ ਵਾਰ ਐਸੇ ਪ੍ਰਸੰਗ ਆ ਜਾਂਦੇ ਨੇ ਸੋ ਜਿਹੜੇ ਆਤਮਿਕ ਖਿਆਲੀ ਹੁੰਦੇ ਨੇ, ਬੁੱਧੀ ਤੋਂ ਉੱਪਰ ਆਤਮਿਕ ਮੰਡਲ ਦੇ ਪ੍ਰਸੰਗ ਸਧਾਰਨ ਵਿਅਕਤੀ ਦੀ ਪਹੁੰਚ ਤੋਂ ਪਰੇ ਹੁੰਦੇ ਨੇ। ਸੋ ਉਹਦੇ ਲਈ ਇਹ ਸਾਰੀਆਂ ਚੀਜ਼ਾਂ ਇਉਂ ਪ੍ਰਤੀਤ ਹੁੰਦੀਆਂ ਨੇ ਕਿ ਜਿਵੇਂ ਗੱਲਾਂ ਸੱਚੀਆਂ ਨਾ ਹੋਣ, ਪਰ ਆਪਾਂ ਨੇ ਪ੍ਰਸੰਗ ਸ਼ਰਵਣ ਕਰਨਾ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਪ੍ਰਹਿਲਾਦ ਜੀ ਦਾ ਨਾਮ ਬਹੁਤ ਵਾਰ ਆਇਆ ਔਰ ਉਹਨਾਂ ਦੇ ਪ੍ਰਸੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਭਗਤਾਂ ਵੱਲੋਂ ਵੀ ਲਿਖੇ ਗਏ ਨੇ, ਗੁਰੂ ਸਾਹਿਬਾਂ ਵੱਲੋਂ ਵੀ ਲਿਖੇ ਗਏ ਨੇ। ਰੋਜ਼ ਪੜ੍ਹਦੇ ਹਾਂ ਕਿ ਪ੍ਰਹਿਲਾਦ ਤਰਾਇਆ, ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦੇ ਮੁਖ ਲਾਇਆ। ਸੋ ਮਹਾਰਾਜ ਨੇ ਜੁਗਾਂ ਜੁਗਾਂ ਤੋਂ ਭਗਤ ਪੈਦਾ ਕੀਤੇ ਨੇ। ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰਨਾਕਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਪ੍ਰਹਿਲਾਦ ਜੀ, ਧਰੂ ਜੀ ਬੜੇ ਛੋਟੀ ਉਮਰ ਦੇ ਭਗਤ ਨੇ ਜੋ ਸਿਰਫ 5-5 ਸਾਲ ਦੀ ਉਮਰ ਵਿੱਚ ਭਗਤੀ ਕਰਕੇ ਪਰਮਾਤਮਾ ਦੀ ਪ੍ਰਾਪਤੀ ਕੀਤੀ ਹੈ। ਹੈਰਾਨਗੀ ਹੋ ਜਾਂਦੀ ਕਿ 5 ਸਾਲ ਦੀ ਉਮਰ ਵਿੱਚ ਪ੍ਰਾਪਤੀ ਕਿਵੇਂ ਹੋਈ ਹੈ। ਪਰ ਜੇ ਦੇਖੀਏ ਵਿਚਾਰ ਕਿ ਉਹ ਪਿਛਲੀ ਕਈ ਜਨਮਾਂ ਦੀ ਤਪੱਸਿਆ ਨਾਲ ਜੁੜਦੀ ਹੈ ਆ ਕੇ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਦੇ ਪਿਆਰੇ ਭਗਤ ਪ੍ਰਹਿਲਾਦ ਜੀ ਨੂੰ ਸ਼ਰਵਣ ਕਰਦੇ ਹਾਂ। ਗੁਰੂ ਸਾਹਿਬ ਨੇ ਕਿਵੇਂ ਇਹ ਪ੍ਰਸੰਗ ਬਖਸ਼ਿਸ਼ ਕੀਤਾ ਹੈ। ਪਹਿਲਾਂ ਮਹਾਰਾਜ ਦਾ ਜੋ ਗੁਰੂ ਕੇ ਚਰਨਾਂ ਦਾ ਮੰਗਲ ਹੈ, ਕਵੀ ਜੀ ਲਿਖਦੇ ਨੇ, ਗੁਰ ਚਰਨਾਂ ਨੂੰ ਮਨਾਉਣ ਤੋਂ ਬਾਅਦ ਬੇਨਤੀ ਕਰਕੇ ਫਿਰ ਪ੍ਰਸੰਗ ਲਿਖਿਆ। ਆਓ ਰਸਨਾ ਨੂੰ ਕਰੀਏ ਪਵਿੱਤਰ, ਪਿਆਰ ਸਤਿਕਾਰ ਨਾਲ ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਗੁਰ ਚਰਨ ਸ਼ਰਨ ਪਰ ਜਨਮ ਮਰਨ ਹਰਿ ਪੀਰ। ਜਯੋ ਪਾਰ ਸੁਰੰਕ ਹੈ ਮਿਲੈ ਦਰਦ ਰਹਿ ਨ ਤੀਰ। ਸੋ ਇਸ ਤਰ੍ਹਾਂ ਫਰਮਾਉਂਦੇ ਹਨ ਗੁਰੂ ਸਾਹਿਬ ਦੇ ਚਰਨਾਂ ਦਾ ਮੰਗਲ। ਕਵੀ ਜੀ ਕਹਿੰਦੇ ਆਪਣੇ ਮਨ ਨੂੰ ਮੈਂ ਬੇਨਤੀ ਕਰਦਾ ਜਾਂ ਮਨ ਨੂੰ ਮਨਾਉਂਦਾ ਹਾਂ, ਇਹ ਮੇਰੇ ਮਨਾ ਜੋ ਸਤਿਗੁਰੂ ਮਹਾਰਾਜ ਦੇ ਚਰਨਾਂ ਕਮਲਾਂ ਦੀ ਸ਼ਰਨ ਵਿੱਚ ਪੈ ਰਹਿ ਅਤੇ ਜਨਮ ਮਰਨ ਦੀ ਜੋ ਪੀੜਾ ਦੂਰ ਕਰਾ ਲੈ।
ਜਿਸ ਤਰ੍ਹਾਂ ਕਿਸੇ ਕੰਗਾਲ ਬੰਦੇ ਨੂੰ ਪਾਰਸ ਦੀ ਵੱਟੀ ਮਿਲ ਜਾਵੇ ਤਾਂ ਉਹਦੀ ਜਿਹੜੀ ਕੰਗਾਲਤਾਈ ਹੁੰਦੀ ਹੈ ਉਹਦੇ ਨੇੜੇ ਨਹੀਂ ਰਹਿੰਦੀ। ਇਸੇ ਤਰ੍ਹਾਂ ਜੇ ਗੁਰਚਰਨਾਂ ਨਾਲ ਸੁਰਤੀ ਜੁੜ ਜਾਏ ਤਾਂ ਬੰਦਾ ਸਧਾਰਨ ਮਨੁੱਖ ਤੋਂ ਮਹਾਂਪੁਰਖ ਬਣ ਜਾਂਦਾ, ਅਕਾਲ ਪੁਰਖ ਦਾ ਰੂਪ ਹੋ ਜਾਂਦਾ ਹੈ। ਚੌਪਈ ਅਗਰ ਜਸਰੀ ਗੁਰ ਕੀਨ ਪਿਆਨੰ। ਉਸ ਤੋਂ ਅੱਗੇ ਹੁਣ ਅਗਰ ਜਦੋਂ ਭਾਵ ਹੁੰਦਾ ਅੱਗੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਹੋਰ ਥਾਂ ਤੇ ਜਾਣਾ ਕੀਤਾ ਹੈ। ਅਲਲਾ ਚੀਨ ਵਿਹੰਗ ਜਹ ਥਾਨੰ। ਸੋ ਇਹ ਵਿਹੰਗ ਨਾਮ ਪੰਛੀ ਦਾ ਹੈ। ਅਲਲਾ ਚੀਨ ਪੰਛੀ ਹੈ। ਇਸ ਤਰ੍ਹਾਂ ਦੇ ਕਈ ਨਾਮ ਹਨ ਪੰਛੀਆਂ ਦੇ, ਜਿਨ੍ਹਾਂ ਵਿੱਚ ਇੱਕ ਹਮਾਯੂ ਪੰਛੀ ਹੈ ਜੋ ਸਿਰਫ ਉੱਪਰਲੇ ਅਸਮਾਨ ਵਿੱਚ ਹੀ ਰਹਿੰਦਾ ਹੈ, ਉਹ ਕਦੇ ਧਰਤੀ 'ਤੇ ਨਹੀਂ ਆਇਆ। ਇੱਕ ਨੀਲ ਅਨੀਲ ਪੰਛੀ ਨੇ, ਉਹ ਵੀ ਧਰਤੀ 'ਤੇ ਬਹੁਤ ਘੱਟ ਆਉਂਦੇ ਨੇ, ਅਲਲਾ ਚੀਨ। ਸੋ ਇਸ ਤਰ੍ਹਾਂ ਦਾ ਇੱਕ ਪੰਛੀ ਹੈ ਜੋ ਧਰਤੀ ਦੀ ਖਿੱਚ ਦੇ ਕੇਂਦਰ ਤੋਂ ਬਹੁਤ ਹਜ਼ਾਰਾਂ ਮੀਲ ਉੱਪਰ ਅਸਮਾਨ ਵਿੱਚ ਉੱਥੇ ਹੀ ਵਾਸਾ ਕਰਦੇ ਨੇ। ਸੋ ਇਹਦੇ ਬਾਰੇ ਜੋ ਲਿਖਾਰੀ ਹਨ ਭਾਈ ਵੀਰ ਸਿੰਘ, ਉਹਨਾਂ ਨੇ ਵੀ ਜ਼ਿਕਰ ਕੀਤਾ ਹੈ ਕਿ ਬਹੁਤ ਵੱਡੇ ਪੰਛੀ ਨੇ, ਕਦੇ ਕਦਾਈ ਪੁਰਾਣਿਆਂ ਸਮਿਆਂ ਵਿੱਚ ਇਹ ਧਰਤੀ 'ਤੇ ਆਏ ਨੇ ਔਰ ਛੋਟੇ ਛੋਟੇ ਜਾਨਵਰਾਂ ਨੂੰ ਚੁੰਝ 'ਚ ਪਕੜ ਕੇ ਜਾਂ ਵੱਡੇ ਜਾਨਵਰਾਂ ਨੂੰ ਆਪਣੀ ਜੋ ਇਹਨਾਂ ਦੇ ਪੰਜੇ ਹੁੰਦੇ ਨੇ ਪੈਰਾਂ ਦੇ, ਉਹਨਾਂ ਵਿੱਚ ਪਕੜ ਕੇ ਲੈ ਜਾਂਦੇ ਨੇ। ਸੋ ਇਸ ਤਰ੍ਹਾਂ ਇਹ ਇੱਕ ਬਹੁਤ ਵੱਡਾ ਮਾਸਾਹਾਰੀ ਜੋ ਪੰਛੀ ਹੈ ਉੱਥੇ ਗਏ ਹਨ। ਗਜਨ ਗਹਿਤ ਜੋ ਨਿਜ ਪਗ ਚੂੰਚੇ। ਸੋ ਜੋ ਹਿਰਨ ਹੁੰਦਾ ਛੋਟਾ 12 ਸਿੰਗਾ ਔਰ ਹਾਥੀ ਆਦਿਕ ਦੇ ਛੋਟੇ ਬੱਚੇ, ਇਹਨਾਂ ਨੂੰ ਇੰਨਾ ਜ਼ਿਆਦਾ ਵੱਡਾ, ਜਿਨ੍ਹਾਂ ਨੇ ਹਿਸਟਰੀ ਪੜ੍ਹੀ ਉਹਨਾਂ ਨੂੰ ਪਤਾ ਹੋਣਾ ਇਸ ਗੱਲ ਦਾ, ਇਹ ਪੜ੍ਹਦੇ ਵੀ ਰਹੇ ਹਾਂ ਕਿ ਬਹੁਤ ਵੱਡਾ ਪੰਛੀ ਹੁੰਦਾ ਇੱਕ, ਉਹ ਵੱਡੇ ਵੱਡੇ ਜਾਨਵਰਾਂ ਨੂੰ ਆਪਣੇ ਪੰਜਿਆਂ ਵਿੱਚ ਚੁੱਕ ਕੇ ਲੈ ਜਾਂਦਾ। ਇਹ ਹੁਣ ਜਾਤੀਆਂ ਜਿਵੇਂ ਡਾਇਨਾਸੌਰ ਆਦਿਕ ਨੇ ਅਲੋਪ ਹੋ ਚੁੱਕੀਆਂ ਨੇ, ਇਹ ਸਾਰੀਆਂ ਜਾਤੀਆਂ ਬਹੁਤ ਸਾਰੀਆਂ ਅਲੋਪ ਹੋ ਚੁੱਕੀਆਂ ਹਨ। ਲੈ ਕਰ ਉੱਡ ਜਾਵਹਿ ਨਭ ਉੱਚੇ। ਇਹ ਆਕਾਸ਼ੀ ਡਾਇਨਾਸੌਰ ਹੋਣ ਕਰਕੇ ਆਕਾਸ਼ ਵਿੱਚ ਉੱਚੇ ਅਸਮਾਨਾਂ 'ਚ ਉੱਡ ਜਾਂਦੇ, ਉਠਾ ਕਰਕੇ ਪੰਛੀਆਂ ਨੂੰ, ਵੱਡੇ ਸਾਰੇ ਜਾਨਵਰਾਂ ਨੂੰ। ਜਿਨ ਕੋ ਦੀਰਘ ਦੇਹ ਆਕਾਰਾ। ਜਿਨ੍ਹਾਂ ਦੀ ਦੇਹੀ ਦਾ ਜੋ ਆਕਾਰ ਹੈ ਉਹ ਬਹੁਤ ਹੀ ਵੱਡਾ ਹੁੰਦਾ ਹੈ। ਜੁਗ ਪੰਖਨ ਕੋ ਵੱਡ ਵਿਸਤਾਰਾ। ਦੋਨਾਂ ਪੰਖਾਂ ਦਾ ਬਹੁਤ ਵੱਡਾ ਵਿਸਥਾਰ ਹੁੰਦਾ ਹੈ। ਉਤੇ ਜਹਾਂ ਪਹੁੰਚੇ ਸੁਖ ਰਾਸਾ। ਜਿੱਥੇ ਸਨ ਉੱਥੇ ਸੁੱਖਾਂ ਦੇ ਖਜ਼ਾਨੇ ਮਹਾਰਾਜ ਪਹੁੰਚੇ ਹਨ। ਕਰਤ ਤਹਾਂ ਪ੍ਰਹਿਲਾਦ ਸੁਵਾਸਾ। ਜਿੱਥੇ ਪ੍ਰਹਿਲਾਦ ਜੀ ਦਾ ਅੱਗੇ ਜਾ ਕਰਕੇ ਵਾਸਾ ਸੀ, ਕਿਉਂਕਿ ਪ੍ਰਹਿਲਾਦ ਇਹ ਚੀਜ਼ਾਂ ਹੁੰਦੀਆਂ ਨੇ ਜਿਵੇਂ ਧਰੂ ਤਾਰਾ ਹੈ। ਸੋ ਆਕਾਸ਼ ਦੇ ਵਿੱਚ ਜਿਵੇਂ ਇਹਨਾਂ ਨੂੰ ਬਖਸ਼ਿਸ਼ਾਂ ਹੋਈਆਂ ਨੇ, ਇਹਨਾਂ ਨੂੰ ਇੱਕ ਮੰਡਲ ਮਿਲ ਜਾਂਦਾ ਆਕਾਸ਼ ਦੇ ਵਿੱਚ ਰਹਿਣ ਨੂੰ ਸਥਾਨ। ਤੇ ਇਸ ਤਰ੍ਹਾਂ ਧਰੂ ਦੇ ਉੱਤੇ ਵੀ ਮਹਾਰਾਜ ਸੱਚੇ ਪਾਤਸ਼ਾਹ ਗਏ ਨੇ। ਕਈ ਚੀਜ਼ਾਂ ਮੰਨਣ ਵਿੱਚ ਨਹੀਂ ਵੀ ਆਉਂਦੀਆਂ ਹਨ, ਪਰ ਫਿਰ ਵੀ ਪੁਰਾਣੇ ਸਾਰੇ ਮਹਾਂਪੁਰਖਾਂ ਨੇ ਇਹਨਾਂ ਦੀ ਕਥਾ ਕੀਤੀ ਹੁੰਦੀ ਹੈ। ਮੈਂ ਤਾਂ ਮੰਨਦਾ ਇਸ ਚੀਜ਼ ਨੂੰ, ਕਿਉਂਕਿ ਮੈਂ ਪੁੱਛ ਵੀ ਲੈਂਦਾ, ਜਿਹੜੇ ਮਹਾਂਪੁਰਖ ਹੁੰਦੇ ਨੇ ਤ੍ਰਿਕਾਲਦਰਸ਼ੀ, ਜਿਨ੍ਹਾਂ ਦੀ ਦਿਵ ਦ੍ਰਿਸ਼ਟੀ ਖੁੱਲ੍ਹ ਜਾਂਦੀ ਹੈ, ਉਹਨਾਂ ਨੂੰ ਤਾਂ ਚੀਜ਼ਾਂ ਨਜ਼ਰ ਆ ਜਾਂਦੀਆਂ ਕਿ ਹੋਇਆ, ਪਰ ਆਮ ਬੰਦੇ ਦੀ ਪਹੁੰਚ ਤੋਂ ਇਹ ਸਾਰੀਆਂ ਚੀਜ਼ਾਂ ਬਹੁਤ ਪਰੇ ਹੁੰਦੀਆਂ ਹਨ। ਲੋਚਨ ਮੁੰਦਰਿਤ ਬੈਠੋ ਜਹਵਾ। ਸੋ ਜਿੱਥੇ ਪ੍ਰਹਿਲਾਦ ਜੀ ਆਪਣੇ ਨੇਤਰ ਬੰਦ ਕਰਕੇ ਸਮਾਧੀ ਲਾ ਕੇ ਬੈਠੇ ਨੇ, ਚੱਲ ਸ੍ਰੀ ਨਾਨਕ ਪਹੁੰਚੇ ਤਹਿਵਾ। ਉੱਥੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਪਹੁੰਚੇ ਹਨ। ਸ੍ਰੀ ਕਰਤਾਰੰ ਸ੍ਰੀ ਕਰਤਾਰਾ। ਸ਼੍ਰੀ ਕਰਤਾਰ ਦਾ ਵਾਕ ਕਿਹਾ ਜਾ ਕਰਕੇ। ਉੱਚੀ ਧੁਨ ਸੋ ਕੀਨ ਉਚਾਰਾ। ਉੱਚੀ ਧੁਨ ਦੇ ਵਿੱਚ ਇਹ ਵਾਕ ਕਿਹਾ ਹੈ। ਛੁਟੋ ਧਿਆਨ ਜਬ ਪ੍ਰਭ ਕੋ ਦੇਖਾ। ਜਦੋਂ ਮਹਾਰਾਜ ਦੇ ਦਰਸ਼ਨ ਕੀਤੇ, ਪ੍ਰਹਿਲਾਦ ਜੀ ਦਾ ਧਿਆਨ ਹਟਿਆ ਉਧਰੋਂ। ਮਨ ਮਹਿ ਬਿਸਮਤ ਭਇਓ ਵਿਸੇਖਾ। ਤੇ ਮਨ ਦੇ ਅੰਦਰ ਬਹੁਤ ਜ਼ਿਆਦਾ
ਹੈਰਾਨ ਹੋਇਆ ਹੈ। ਬੂਝੋ ਕੌਣ ਕਹਾਂ ਤੇ ਆਏ। ਪੁੱਛਣ ਲੱਗਿਆ ਤੁਸੀਂ ਕੌਣ ਹੋ ਤੇ ਕਿੱਥੋਂ ਆਏ ਹੋ। ਏਠਾ ਤੁਮ ਕੋ ਕੌਣ ਲਿਆਏ। ਕਿਉਂਕਿ ਇੱਥੇ ਕੋਈ ਆ ਹੀ ਨਹੀਂ ਸਕਦਾ ਜਿੱਥੇ ਮੈਂ ਬੈਠਾ ਹਾਂ, ਬਹੁਤ ਉੱਚਿਆਂ ਮੰਡਲਾਂ ਦੇ ਵਿੱਚ। ਤੁਹਾਨੂੰ ਇੱਥੇ ਕੌਣ ਲੈ ਕੇ ਆਇਆ। ਗੁਰੂ ਨਾਨਕ ਸਾਹਿਬ ਦੀ ਸਮਰੱਥਾ ਹੈ ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ। ਉਹਨਾਂ ਦੀ ਸਮਰੱਥਾ ਤਾਂ ਬਹੁਤ ਜ਼ਿਆਦਾ ਹੈ, ਵਿਆਪਕ ਨੇ ਉਹ ਤਾਂ। ਪਰ ਆਮ ਬੰਦੇ ਨੂੰ ਇਸ ਗੱਲ ਦਾ ਗਿਆਨ ਨਹੀਂ। ਜਿਵੇਂ ਬਗਦਾਦ ਵਾਲਾ ਜਿਹੜਾ ਪੀਰ ਸੀ, ਉਹਨੇ ਕਿਹਾ ਸੀ ਲੱਖਾਂ ਆਕਾਸ਼ ਲੱਖਾਂ ਪਾਤਾਲ ਜੇ ਹੈਗੇ ਨੇ ਤਾਂ ਦਿਖਾਓ। ਮਹਾਰਾਜ ਕਹਿੰਦੇ ਚੱਲ ਚੱਲੀਏ, ਦਿਖਾ ਦਿੰਦੇ ਇਹ 'ਚ ਕੀ ਔਖੀ ਗੱਲ ਹੈ। ਕਹਿੰਦਾ ਮੈਂ ਤਾਂ ਬੁੱਢਾ ਹੋ ਗਿਆ, ਮੇਰੇ ਲੜਕੇ ਨੂੰ ਲੈ ਜਾਓ। ਕਹਿੰਦੇ ਚੱਲ ਬਈ, ਕੌਲ ਲੈ ਲਾ ਇੱਕ ਇੱਥੋਂ, ਜਿੱਥੇ ਜਿੱਥੇ ਜਾਣਾ ਸੰਗਤ ਵੀ ਹੋਣੀ ਆ ਆਪਣੀ, ਕੜਾਹ ਪ੍ਰਸ਼ਾਦ ਵੀ ਨਾਲ ਲਿਆਈ, ਨਿਸ਼ਾਨੀ ਵੀ ਦੇ ਦਿਆਂਗੇ ਇਹਨਾਂ ਨੂੰ। ਸੋ ਸਤਿਗੁਰੂ ਮਹਾਰਾਜ ਨੇ ਲੱਖਾਂ ਆਕਾਸ਼ ਲੱਖਾਂ ਪਾਤਾਲ ਅੱਖ ਫੁਰਕ ਵਿੱਚ ਸਭ ਦਿਖਲਾਈ ਦੀ ਕਿਰਪਾ ਕੀਤੀ। ਉਹ ਜਿੱਥੇ ਜਾਣ ਗੁਰੂ ਨਾਨਕ ਸਾਹਿਬ ਦੀ ਸੰਗਤ, ਜਿੱਥੇ ਜਾਣ ਗੁਰੂ ਨਾਨਕ ਸਾਹਿਬ ਦੀ ਸੰਗਤ। ਤੇ ਹਰ ਥਾਂ ਤੋਂ ਕਿਣਕਾ ਕਿਣਕਾ ਪ੍ਰਸ਼ਾਦ ਦਾ ਇੱਕ ਇੱਕ ਛਾਂਦਾ ਹੀ ਲਿਆ ਸੀ। ਕੌਲ ਭਰ ਗਿਆ, ਭਰ ਕੇ ਲਿਆ ਕੇ ਬਗਦਾਦ ਦੇ ਪੀਰ ਨੂੰ ਦਿਖਾ ਦਿੱਤਾ। ਫਿਰ ਉਹਨੂੰ ਮੰਨਿਆ। ਸਾਇੰਸਦਾਨਾਂ ਨੇ ਅੱਜ ਇੱਕ ਨਵਾਂ ਹੀ ਲੱਭਿਆ ਹੈ, ਸੋ ਖੋਜ ਕੀਤੀ ਹੈ ਕਿ ਨਵੀਂ ਧਰਤੀ ਮਿਲੀ ਹੈ। ਸੋ 20,000 ਪ੍ਰਕਾਸ਼ ਸਾਲ ਉਹ ਉੱਪਰ ਹੈ, ਦੂਸਰੇ ਮੰਡਲ ਵਿੱਚ ਲੱਭੀ ਆ। ਆਹ ਜਿਹੜਾ ਤਾਰਾ ਮੰਡਲ ਸਾਹਮਣੇ ਦਿਖਦਾ, ਇਸ ਤੋਂ ਉੱਪਰ ਜਾ ਕੇ। ਸੋ ਕਹਿੰਦੇ ਨੇ ਉੱਥੇ ਪਾਣੀ ਵੀ ਹੈ ਤੇ ਧਰਤੀ ਵਰਗਾ ਮੌਸਮ ਵੀ ਹੈ, ਉੱਥੇ ਵਸੋਂ ਵੀ ਹੋ ਸਕਦੀ। ਇਸ ਤਰ੍ਹਾਂ ਸਾਇੰਸ ਤਾਂ ਬੁੱਧੀ ਦੇ ਨਾਲ ਅੱਗੇ ਨੂੰ ਵੱਧਦੀ, ਪਰ ਆਤਮਿਕ ਗਿਆਨੀ ਆਤਮਾ ਨਾਲ ਹੀ ਵੱਧ ਜਾਂਦਾ। ਆਤਮ ਦਾ ਜੋ ਜੋੜ ਮੇਲ ਹੈ ਉਹ ਪ੍ਰਮਾਤਮਾ ਨਾਲ ਹੈ। ਤੇ ਮਹਾਰਾਜ ਨੇ ਇੱਕ ਬਚਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀਤੇ ਹੋਏ ਨੇ, ਉਹਦੀ ਸਮਝ ਆਮ ਬੰਦੇ ਨੂੰ ਨਹੀਂ ਪੈਂਦੀ। ਸਤਿਗੁਰੂ ਨੇ ਇੱਕ ਬਚਨ ਕੀਤਾ ਹੈ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਉਹ ਜੋ ਕੁਛ ਬ੍ਰਹਿਮੰਡ ਦੇ ਅੰਦਰ ਹੈ, ਇਹ ਸਾਰਾ ਸਾਡੇ ਸਰੀਰ ਦੇ ਅੰਦਰ ਵੀ ਹੈ। ਬਸ ਇਸ ਨੂੰ ਖੋਜਣਾ ਪੈਂਦਾ, ਅਧਿਆਤਮਿਕ ਤੌਰ ਤੇ ਅਭਿਆਸ ਕਰਕੇ ਇਸ ਅਵਸਥਾ ਤੱਕ ਜਾ ਕੇ ਉਹ ਸਾਰੇ ਬ੍ਰਹਿਮੰਡ ਨੂੰ ਇੱਥੋਂ ਬੈਠੇ ਆਪਾਂ ਦੇਖ ਸਕਦੇ ਹਾਂ। ਪਰ ਬੁੱਧੀ ਵਾਲੇ ਜਿਹੜੇ ਨੇ, ਸਾਇੰਸਦਾਨ ਨੇ, ਉਹ ਆਪਣੀ ਖੋਜ ਰਾਹੀਂ ਉਹਨਾਂ ਚੀਜ਼ਾਂ ਨੂੰ ਦੇਖਦੇ ਨੇ। ਹੈ ਤਾਂ ਸਹੀ, ਜੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਕੋਈ ਆਤਮਿਕ ਗਿਆਨੀ ਉੱਥੇ ਛਿਨ ਵਿੱਚ ਪਹੁੰਚ ਸਕਦਾ ਹੈ, ਸਾਇੰਸ ਨੂੰ ਉੱਥੇ ਪਹੁੰਚਣ ਲਈ ਹੋ ਸਕਦਾ ਲੱਖ ਵਰ੍ਹਾ ਲੱਗ ਜੇ ਹੋਰ, ਪਰ ਉਹਦਾ ਫਾਇਦਾ ਕੀ। ਉਹਦੇ ਨਾਲੋਂ ਤਾਂ ਆਪਾਂ, ਮਹਾਰਾਜ ਨੇ ਬਚਨ ਕੀਤਾ, ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾ, ਇਸ ਮਨ ਕੋ ਕੋਈ ਖੋਜੋ ਭਾਈ। ਬਾਣੀ ਅੰਦਰ ਸਾਰੀ ਸਾਇੰਸ ਹੈ, ਪਰ ਬਹੁਤ ਹਾਈ ਕਲਾਸ। ਉਹ ਛੇਤੀ ਕੀਤਿਆਂ ਤਾਂ ਆਮ ਸਮਝ ਨਹੀਂ ਲੱਗਦੀ। ਮਹਾਰਾਜ ਬਹੁਤ ਡੂੰਘਾ ਬਚਨ ਕਹਿੰਦੇ ਨੇ ਕਿ ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਇਸ ਤਰ੍ਹਾਂ ਕਰਨ ਦੇ ਨਾਲ ਇਹ ਆਤਮਿਕ ਮੰਡਲਾਂ ਦੇ ਤੌਰ ਤੇ ਮਹਾਰਾਜ ਜਾ ਵੀ ਸਕਦੇ ਨੇ, ਪ੍ਰਤੱਖ ਵੀ ਸਰੀਰ ਕਰਕੇ ਗੁਰੂ ਸਾਹਿਬ ਕਿਤੇ ਵੀ ਪਹੁੰਚ ਸਕਦੇ ਨੇ। ਜਿੱਥੇ ਗੱਲ ਆ ਜਾਂਦੀ ਮਨੁੱਖ ਦੀ, ਉੱਥੇ ਆਪਾਂ ਕਹਿ ਸਕਦੇ ਨਹੀਂ, ਜਾ ਨਹੀਂ ਸਕਦਾ ਉੱਥੇ ਕੋਈ, ਗੱਲ ਸਹੀ ਹੈ। ਪਰ ਜਿੱਥੇ ਗੁਰੂ ਸਾਹਿਬ ਦੀ ਗੱਲ ਆ ਜਾਂਦੀ ਹੈ, ਉੱਥੇ ਸਾਡਾ ਕੋਈ ਕਿੰਤੂ ਨਹੀਂ ਹੈ। ਗੁਰੂ ਸਾਹਿਬ ਦੀ ਸਮਰੱਥਾ ਹੈ ਹੀ ਇੰਨੀ ਜ਼ਿਆਦਾ, ਕਿਉਂਕਿ ਉਹ ਸਰਬ ਵਿਆਪਕ ਹੋਣ ਕਰਕੇ ਜਿੱਥੇ ਜੀ ਚਾਹੇ, ਜਿੱਥੇ ਵੀ ਚਾਹਣ, ਉੱਥੇ ਪਹੁੰਚ ਕੇ ਕਿਸੇ ਨੂੰ ਵੀ ਕਦੋਂ ਵੀ ਦਰਸ਼ਨ ਦੇ ਸਕਦੇ ਹਨ। ਨਰ ਕੀ ਨਹੀਂ ਗਮਤਾ ਈਹਾ। ਪ੍ਰਹਿਲਾਦ ਜੀ ਕਹਿਣ ਲੱਗੇ ਤੁਸੀਂ ਇੱਥੇ ਕਿਵੇਂ ਆ ਗਏ, ਇੱਥੇ ਤਾਂ ਬੰਦਾ ਪਹੁੰਚ ਨਹੀਂ ਸਕਦਾ, ਕਿਉਂਕਿ ਤਾਂ ਬਹੁਤ ਉੱਚਾ ਮੰਡਲ ਹੈ ਜਿੱਥੇ ਤੁਸੀਂ ਆਏ ਹੋ। ਆਗੇ ਜਾਵਨ ਕਿਹ ਠਾਂ ਪ੍ਰੀਹਾ। ਅੱਗੇ ਤੁਸੀਂ ਕਿਸ ਥਾਂ ਤੇ ਜਾਣਾ ਹੈ, ਇੱਥੇ ਤੱਕ ਪਹੁੰਚ ਗਏ ਹੋ ਜੋ। ਅਸ ਪ੍ਰਕਾਰ ਕੇ ਸੁਣ ਕਰ ਬੈਠਾ। ਇਸ ਤਰ੍ਹਾਂ ਦੇ ਜਿਹੜੇ ਸੀ ਸੁਣ ਕਰਕੇ ਪਾਠ ਇੱਥੇ ਬਹਿਣਾ ਹੈ, ਅਸ ਪ੍ਰਕਾਰ ਕੇ ਸੁਣ ਕਰ ਬਹਿਣਾ। ਗਲਤੀ ਨਾਲ ਕਈ ਵਾਰ ਪ੍ਰੈਸ ਵਿੱਚ ਠੱਠਾ ਛਪ ਗਿਆ, ਤੇ ਸੋਂ ਬੋਲੇ ਪੰਕਜ ਨੈਣਾ, ਤੇ ਅਗਲੀ ਪੰਕਤੀ ਨੈਣਾ ਫਿਰ ਆ ਹੀ ਜਾਂਦਾ। ਇਸ ਪ੍ਰਕਾਰ ਦੇ ਨਾਲ ਸੁਣ ਕਰਕੇ ਉਹਨੇ ਬਚਨ ਕਹੇ ਨੇ
ਫਿਰ ਗੁਰੂ ਨਾਨਕ ਦੇਵ ਜੀ ਬੋਲੇ, ਦੇਸੋਂ ਬੋਲੇ ਪੰਕਜ ਨੈਣਾ। ਪੰਕਜ ਹੁੰਦਾ ਕਮਲ ਫੁੱਲ, ਕਮਲ ਵਰਗੇ ਸੁੰਦਰ ਨੈਣਾ ਵਾਲੇ ਗੁਰੂ ਨਾਨਕ ਦੇਵ ਜੀ ਬੋਲੇ ਨੇ। ਸਿਮਰੋ ਨਾਮ ਜੋ ਤੁਮ ਵਿਦਨੀ ਕੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜਿਹੜੀ ਭਲੀ ਭਾਂਤ ਤੁਸੀਂ ਪ੍ਰਹਿਲਾਦ ਜੀ ਜਿਹੜਾ ਪਰਮੇਸ਼ਰ ਦਾ ਨਾਮ ਜਪਿਆ ਹੈ, ਸ਼ਰਧਾ ਧਰੀ ਅਦਕ ਨਿਜ ਜੀ ਕੀ। ਆਪਣੇ ਜਿਹੜੇ ਅੰਦਰ ਦੀ ਸ਼ਰਧਾ ਤੁਸੀਂ ਹੈ ਨਾ ਬਹੁਤ ਕੀਤੀ ਹੈ, ਬਹੁਤ ਭਾਵਨਾ ਨਾਲ ਭਗਤੀ ਜੋ ਕੀਤੀ ਹੈ। ਨਿਸਵਾਸਰ ਪੈ ਸਰਬ ਨਿਵਾਰਾ। ਰਾਤ ਦਿਨ ਤੁਸੀਂ ਮਨ ਦੇ ਅੰਦਰੋਂ ਸਾਰੇ ਡਰ ਨੂੰ ਨਿਵਰਤ ਕੀਤਾ ਹੈ। ਏਕ ਨਾਮ ਕੋ ਕੀਨ ਉਚਾਰਾ। ਇੱਕ ਜੋ ਪਰਮੇਸ਼ਰ ਦਾ ਨਾਮ ਹੈ, ਇਸ ਨੂੰ ਹੀ ਤੁਸੀਂ ਉਚਾਰਨਾ ਕੀਤਾ ਹੈ। ਰੱਖਿਆ ਕਰੀ ਤੋ ਹੈ ਜਨ ਭੂਰੀ। ਸੋ ਜਿਨ੍ਹਾਂ ਨੇ ਤੇਰੀ ਭੂਰੀ ਹੁੰਦੀ ਬਹੁਤੀ ਜ਼ਿਆਦੇ ਜਿਸ ਪਰਮੇਸ਼ਰ ਨੇ ਰੱਖਿਆ ਕੀਤੀ ਹੈ। ਦੁਖੀ ਮਾਰ ਬਿਦਾਰੇ ਦੂਰੀ। ਸਾਰੇ ਜਿਹੜੇ ਸੀ ਦੋਖੀ ਉਹ ਮਾਰ ਕੇ ਬਿਦਾਰੇ ਦੂਰੀ, ਭਾਵ ਦੂਰ ਕਰ ਦਿੱਤੇ ਸਾਰੇ ਦੋਖੀ। ਹਮ ਉਪਾਸ ਕੇ ਤਿਸੀ ਨਾਮ ਕੈ। ਅਸੀਂ ਉਸ ਨਾਮ ਦੇ ਹੀ ਉਪਾਸਕੀ ਹਾਂ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸੀ, ਪ੍ਰਹਿਲਾਦ ਜੀ ਨੇ ਕਿਹਾ ਸੀ, ਤੁਸੀਂ ਇੱਥੇ ਕਿਵੇਂ ਆ ਗਏ? ਨਰਕੀ ਗਮਤਾ ਇਹਾਂ ਨਹੀਂ ਹੈ, ਤਾਰੇ ਤਰੇ ਛੋਰ ਕਰ ਸਭ ਹੀ ਰਹੇ, ਪ੍ਰਕਾਸ਼ ਥਾਨ ਨਿਜ ਝਾਰੀ। ਸੋ ਇਹਨਾਂ ਤੋਂ ਪਤਾ ਚੱਲਦਾ ਹੈ ਕਿ ਧਰਤੀ ਹੇਠਾਂ ਰਹਿ ਗਈ ਤੇ ਸਤਿਗੁਰੂ ਜੀ ਆਕਾਸ਼ਾਂ ਵੱਲ ਚਲੇ ਗਏ ਨੇ। ਸੋ ਇਹ ਗੱਲ ਫਿਰ ਧਰੂ ਜੀ ਸਫਟ ਕਹਿ ਦਿੰਦੇ ਹਨ, ਭੂਚਰ ਖੇਚਰ ਕਿਨ ਪਹੁੰਚਾਏ। ਤੇ ਭੂ ਹੁੰਦਾ ਧਰਤੀ ਦੇ ਚਰ ਵਿਚਰਨ ਵਾਲੇ, ਖੇ ਹੁੰਦਾ ਅਸਮਾਨ ਤੇ ਚਰ ਵਿਚਰਨ ਵਾਲੇ। ਕਹਿਣ ਤੋਂ ਭਾਵ ਕਿ ਤੁਸੀਂ ਜ਼ਮੀਨ ਤੇ ਚੱਲਣ ਵਾਲੇ ਸੋ, ਤੁਹਾਨੂੰ ਅਸਮਾਨਾਂ ਵਿੱਚ ਚੱਲਣ ਵਾਲਿਆਂ ਵਿੱਚ ਕਿਨ ਪਹੁੰਚਾਇਆ। ਸੋ ਗੁਰੂ ਜੀ ਅਸਮਾਨਾਂ ਵਿੱਚ ਫਿਰ ਰਹੇ ਨੇ, ਧਰਤੀ ਉੱਤੇ ਨਹੀਂ ਹਨ। ਸੋ ਇਸ ਦੇ ਹੁਣ ਦੋ ਪਹਿਲੂ ਨੇ। ਇੱਕ ਤਾਂ ਇਹ ਕਿ ਖਗੋਲ ਵਿੱਦਿਆ ਦੇ ਦੱਸੇ ਮੰਡਲਾਂ ਵਿੱਚ ਫਿਰ ਰਹੇ ਨੇ, ਦੂਸਰੇ ਆਤਮਿਕ ਵਿੱਦਿਆ ਦੇ ਦੱਸੇ ਮੰਡਲਾਂ ਵਿੱਚ। ਮਸਲਨ ਇਹ ਕਿ ਧਰੂ ਆਕਾਸ਼ਾਂ ਵਿੱਚ ਇੱਕ ਸਿਤਾਰਾ ਹੈ ਜੋ ਠੀਕ ਉੱਤਰ ਵੱਲ ਹੈ। ਰਾਤ ਤੱਕ ਸਾਰੇ ਤਾਰੇ ਦੀ ਪਰਿਕਰਮਾ ਕਰਦੇ ਜਾਪਦੇ ਨੇ। ਭਾਈ ਵੀਰ ਸਿੰਘ ਦਾ ਇਹ ਖੋਜ ਕੀਤੀ ਹੋਈ ਜੋ ਲਿਖ ਦਿੰਦੇ ਥੱਲੇ, ਉਹ ਕਹਿੰਦੇ ਨੇ ਸਾਰੇ ਤਾਰੇ ਕਰਦੇ ਨੇ। ਸਾਡੀ ਪ੍ਰਿਥਵੀ ਤੋਂ ਮਾਨੋ ਇਹ ਸਾਰੇ ਦਿਸਦੇ ਤਾਰਿਆਂ ਦਾ ਕੇਂਦਰ ਹੈ। ਇਹ ਕਿੰਨੀ ਦੂਰ ਹੈ ਕਿ ਇਸ ਦਾ ਪ੍ਰਕਾਸ਼ 50 ਵਰ੍ਹੇ ਵਿੱਚ ਪ੍ਰਿਥਵੀ ਤੇ ਪਹੁੰਚਦਾ, ਇੰਨੀ ਦੂਰ ਹੈ ਇੱਥੋਂ। ਇਹਦੇ ਪ੍ਰਕਾਸ਼ ਨੂੰ ਚੱਲਦਿਆਂ 50 ਸਾਲ ਕਹਿਣੇ ਸੌਖੇ ਨਹੀਂ ਹਨ, ਇੰਨੀ ਦੂਰ ਹੈ। ਇਹ ਸਾਈਂ ਦੀ ਕੁਦਰਤ ਵਿੱਚ ਸੰਭਵ ਹੈ ਕਿ ਪਵਿੱਤਰ ਤੇ ਉੱਚੀਆਂ ਰੂਹਾਂ ਦਾ ਨਿਵਾਸ ਸਥਾਨ ਹੋਵੇ ਤੇ ਸਾਡੇ ਮਾਤ ਲੋਕ ਦੇ ਭਗਤ ਧਰੂ ਜੀ ਇੱਥੇ ਮੁਖੀ ਸੱਜਣ ਹੋਣ, ਕਿਉਂਕਿ ਪ੍ਰਹਿਲਾਦ ਜੀ ਤੇ ਧਰੂ ਜੀ ਕੋਲ ਮਹਾਰਾਜ ਜਾ ਕੇ ਆਏ। ਇਸੇ ਪ੍ਰਕਾਰ ਹੋਰਨਾਂ ਲੋਕਾਂ ਵਿੱਚ ਸਤਿਗੁਰੂ ਜੀ ਪ੍ਰਹਿਲਾਦ ਆਦਿ ਭਗਤਾਂ ਨੂੰ ਮਿਲੇ ਹੋਣ ਅਤੇ ਆਪ ਉੱਥੇ ਸਾਥੀਆਂ ਸਣੇ ਸੂਖਮ ਸਰੀਰ ਨਾਲ ਗਏ ਹੋਣ। ਤੇ ਜੇ ਆਤਮਿਕ ਮੰਡਲ ਹਨ ਤਾਂ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਜਪਜੀ ਸਾਹਿਬ ਦੇ ਅੰਤ ਵਿੱਚ ਰੂਹ ਦੀ ਤਰੱਕੀ ਅਨੁਸਾਰ ਉਹਦੇ ਨਿਵਾਸ ਦੇ ਟਿਕਾਣੇ ਦਾ ਅਵਸਥਾ ਦੱਸੀ ਹੈ। ਇਹ ਧਰਤੀ, ਧਰਮਖੰਡ, ਗਿਆਨਖੰਡ, ਸਰਮਖੰਡ, ਕਰਮਖੰਡ, ਫਿਰ ਸੱਚਖੰਡ ਆਉਂਦਾ। ਗਿਆਨਖੰਡ ਵਿੱਚ ਸਤਿਗੁਰੂ ਜੀ ਨੇ ਇਹਨਾਂ ਦੇ ਨਿਵਾਸ ਗਿਣੇ ਨੇ। ਕਾਨ ਗਿਆਨਖੰਡ ਵਿੱਚ ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾੜਤ ਘੜੀਆ ਰੂਪ ਰੰਗ ਕੇ ਵੇਸ। ਕਈ ਕਰਮ ਭੂਮੀਆਂ, ਕਈ ਮੇਰ ਫਿਰ ਸੁਮੇਰ ਪਰਬਤ, ਕੇਤੇ ਧੂਪ ਦੇਸ ਭਾਵ ਨਾਰਦ ਮੁਨੀ, ਕੇਤੇ ਇੰਦ ਚੰਦ ਸੂਰ, ਕੇਤੇ ਮੰਡਲ ਦੇਸ। ਸਿੱਧਨਾਥ ਬੁੱਧ ਤੇ ਉੱਥੇ ਬੜਾ ਤੇਜ ਵੀ ਦੱਸਿਆ। ਗਿਆਨ ਪ੍ਰਚੰਡ, ਗਿਆਨਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋੜ ਆਨੰਦ। ਫਿਰ ਕਰਮਖੰਡ ਵਿੱਚ ਦੱਸਿਆ ਕਿ ਉੱਥੇ ਕਈ ਲੋਕਾਂ ਦੇ ਜਿਹੜੇ ਨਾ ਤਿੱਥੈ ਭਗਤ ਵਸੈ ਕੇ ਲੋ, ਉੱਥੇ ਕਈ ਲੋਕਾਂ ਦੇ ਥਾਵਾਂ ਦੇ ਭਗਤ ਵਸਦੇ ਨੇ। ਸੋ ਇਹ ਜਪਜੀ ਸਾਹਿਬ ਦੀ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਸੀੜੀ ਪਹੁੰਚੀ ਸੀ 12 ਸੀੜੀਆਂ ਵਾਲੀ, ਜਿਹਦੇ 'ਚ ਸਿਰਫ ਨਿਰੋਲ ਗਿਆਨ ਹੀ ਗਿਆਨ ਹੈ। ਉਹਦੇ ਵਿੱਚ ਇਹ ਚੀਜ਼ ਆਪਾਂ ਦੱਸੀ ਵੀ ਹੋਈ ਹੈ। ਸੋ ਇਹਨਾਂ ਆਤਮਿਕ ਮੰਡਲਾਂ ਵਿੱਚ ਗੁਰੂ ਜੀ ਭਗਤਾਂ ਨੂੰ ਉਹਨਾਂ ਦੇ ਆਪਣੇ ਆਪਣੇ ਤਰੱਕੀ ਦੇ ਟਿਕਾਣਿਆਂ ਮੁਜਬ ਮਿਲੇ ਨੇ। ਧਰੂ ਮਿਲਾਪ ਦੇ ਪਿੱਛੋਂ ਆਪ ਸੱਚਖੰਡ ਮਹਾਰਾਜ ਪਹੁੰਚੇ ਨੇ। ਸੋ ਧਰੂ ਦਾ ਟਿਕਾਣਾ ਕਰਮਖੰਡ ਵਿੱਚ ਹੋਣਾ। ਤਿੱਥੈ ਭਗਤ ਵਸੈ ਕੇ ਲੋ, ਇਹ ਜਪਜੀ ਸਾਹਿਬ ਨਿਰਣਾ ਕਰ ਦਿੰਦਾ ਇਹਨਾਂ ਚੀਜ਼ਾਂ ਦਾ। ਉੱਥੇ ਸਾਰੇ ਭਗਤ ਹੀ ਵਸਦੇ ਨੇ, ਕਿਉਂਕਿ ਧਰੂ ਜੀ ਸ਼੍ਰੋਮਣੀ ਭਗਤਾਂ ਵਿੱਚੋਂ ਹੋਏ ਨੇ, ਇਸ ਕਰਕੇ ਉਹ ਕਰਮਖੰਡ ਦੇ ਭਗਤਾਂ ਵਿੱਚ ਸਮਝਣੇ ਚਾਹੀਦੇ ਨੇ। ਤਾਂ ਇਸੇ ਪ੍ਰਕਾਰ ਇੱਥੇ ਗੁਰੂ ਜੀ ਨੇ ਬਾਲੇ ਮਰਦਾਨੇ ਨੂੰ ਛੱਡ ਦਿੱਤਾ ਸੀ ਇਸ ਵਿਚਾਰ ਲਈ ਕਿ ਆਪ ਦੇਹ ਨਾਲ ਕੀਕੂ ਅਗਲੇ ਮੰਡਲਾਂ ਵਿੱਚ ਗਏ ਨੇ।
ਫਿਰ ਗੁਰੂ ਨਾਨਕ ਪ੍ਰਕਾਸ਼ ਦੇ ਉਤਰਾਰ ਦੇ ਅਧਿਆਏ 1 ਤੇ 8 ਦੀ ਟੂਕ ਵਿੱਚ ਦੱਸ ਆਏ ਨੇ। ਸੋ ਆਪ ਸੱਚਖੰਡ ਗਏ, ਸੱਚਖੰਡ ਦਾ ਹਾਲ ਦੱਸਣਾ। ਗੁਰੂ ਜੀ ਨੇ ਕਿਹਾ ਕਿ ਨਾਨਕ ਕਥਨਾ ਕਰੜਾ ਸਾਰ, ਉਹ ਫਿਰ ਜਪਜੀ ਸਾਹਿਬ ਦੇ ਅਖੀਰ ਤੇ ਲਿਖ ਦਿੱਤਾ। ਸੋ ਕਵੀ ਜੀ ਨੇ ਅੱਗੇ ਚੱਲ ਕੇ ਆਪਣੇ ਖਿਆਲ ਤੇ ਵਾਕਫੀਅਤ ਦੀ ਸੁੰਦਰਤਾ ਦੇ ਸਮਾਨ ਗਿਣ ਕੇ ਕੁਝ ਸੱਚਖੰਡ ਦੀ ਛਵੀ ਦਾ ਨਕਸ਼ਾ ਬੰਨ੍ਹਣ ਦਾ ਯਤਨ ਕੀਤਾ। ਉਂਝ ਸੱਚਖੰਡ ਕੋਈ ਦੇਸ਼ ਕਾਲ ਦੀ ਥਾਂ ਨਹੀਂ, ਉਹ ਸਾਰੇ ਹੈ ਤੇ ਸਾਰੇ ਦਾ ਕੇਂਦਰ ਹੈ। ਉਸ ਵਿੱਚ ਸਭ ਕੁਝ ਹੈ ਤੇ ਸਾਰਾ ਕੁਝ ਉਹਦੇ ਅੰਤਰਭੂਤ ਹੈ। ਇਉਂ ਭਾਈ ਵੀਰ ਸਿੰਘ ਨੇ ਆਪਣੀ ਖੋਜ ਕਰਕੇ ਆਮ ਸਾਨੂੰ ਸਮਝਾਉਣ ਲਈ ਇਹ ਚੀਜ਼ ਪ੍ਰਗਟ ਕਰਕੇ ਲਿਖ ਦਿੱਤੀ ਹੈ। ਜੇ ਆਪਾਂ ਚਾਹੁੰਦੇ ਹਾਂ ਆਪਾਂ ਇਹ ਥਾਂ ਸਾਰੇ ਤੇ ਜਾਣਾ, ਫਿਰ ਆਪਣੇ ਕੋਲ ਟਾਈਮ ਨਹੀਂ ਗਾ ਇੰਨਾ। ਜੇ ਟਾਈਮ ਹੈ, ਕਿਸੇ ਕੋਲ ਹੈ, ਉਹ 1.25 ਲੱਖ ਜਪਜੀ ਸਾਹਿਬ ਦਾ ਪਾਠ ਕਰੋ। 1.25 ਲੱਖ ਜਪਜੀ ਸਾਹਿਬ ਨਾਲ ਇਸ ਮੰਡਲ ਤੱਕ ਚਲੇ ਜਾਈਦਾ। ਉਹ ਜਿਹੜੇ ਮਹਾਂਪੁਰਖਾਂ ਨੇ ਕੀਤੇ ਨੇ ਉਹ ਪਹੁੰਚੇ ਵੀ ਨੇ। ਮੂਲ ਮੰਤਰ ਦੇ ਅਭਿਆਸ ਨਾਲ ਇੱਥੇ ਤੱਕ ਪਹੁੰਚ ਜਾਈਦਾ, ਪਰ ਇੱਥੇ ਤੱਕ ਪਹੁੰਚਣ ਲਈ ਕਿਸੇ ਕੋਲ ਟਾਈਮ ਨਹੀਂ। ਆਪਾਂ ਸਿਰਫ ਸੁਣ ਸਕਦੇ ਹਾਂ। ਕੋਈ ਵਿਅਕਤੀ ਹੈ ਜੋ ਇੰਨਾ ਅਭਿਆਸ ਕਰਕੇ ਇੰਨੇ ਉੱਚੇ ਮੰਡਲਾਂ ਵਿੱਚ ਪਹੁੰਚ ਸਕਦਾ ਹੈ। ਗੁਣ ਸਿਮਰੈ ਹੈ ਸਦ ਸੁਖ ਨਿਧਾਨ ਕੇ, ਉਹ ਹਮੇਸ਼ਾ ਜੋ ਸੁੱਖਾਂ ਦੇ ਖਜ਼ਾਨੇ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਦੇ ਅਕਾਲ ਪੁਰਖ ਜੀ ਦੇ ਗੁਣਾਂ ਨੂੰ ਯਾਦ ਕਰਦਾ ਹੈ। ਜੋ ਪ੍ਰਹਿਲਾਦ ਹੈ ਦੇਖ ਕੇ ਸਗਤ ਤਰਹਿ ਨਿਜ ਪਾਹੋ, ਸੋ ਉਹਦੇ ਜਿਹੜੀ ਸ਼ਕਤੀ ਆ ਉਹ ਆਪਣੇ ਪਾਸ ਰੱਖਦੇ ਨੇ। ਭਾਵ ਪ੍ਰਮਾਤਮਾ ਦੀ ਜਿਹੜੀ ਸ਼ਕਤੀ ਹੈ, ਕਿਉਂਕਿ ਹਮ ਉਪਾਸ ਕੀਤੀ ਸੀ ਨਾਮ ਕੇ। ਮਹਾਰਾਜ ਕਹਿੰਦੇ ਜਿਹੜਾ ਨਾਮ ਤੂੰ ਸਿਮਰਿਆ ਨਾ ਉਹੀ ਅਸੀਂ ਸਿਮਰਿਆ ਹੈ। ਆਪਣੇ ਆਪ ਨੂੰ ਕਦੇ ਇਹ ਨਹੀਂ ਸਿੱਧਾ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਕੌਣ ਆ, ਕਹਿੰਦੇ ਮੈਂ ਵੀ ਤਾਂ ਨਾਮ ਜਪਣ ਵਾਲਾ ਹੀ ਹਾਂ। ਪਰਮੇਸ਼ਰ ਦੀ ਇਹੀ ਸਿਫਤ ਹੈ ਕਿ ਆਪਣੇ ਆਪ ਨੂੰ ਕਦੇ ਨਹੀਂ ਕਹਿੰਦੇ ਮੈਂ ਪਰਮੇਸ਼ਰ ਹਾਂ। ਇਹ ਤਾਂ ਉਸ ਮੰਡਲ ਵਿੱਚ ਜਾ ਕੇ ਹੀ ਆਪਾਂ ਨੂੰ ਪਤਾ ਲੱਗਦਾ ਕਿ ਗੁਰੂ ਨਾਨਕ ਸਾਹਿਬ ਕੌਣ ਹਨ। ਆਏ ਤੁਮ ਦਰਸ਼ਨ ਕੇ ਚਾਹੋ, ਫਿਰ ਇਹ ਵੀ ਨਹੀਂ ਕਹਿਣਾ ਕਿ ਅਸੀਂ ਤੈਨੂੰ ਦਰਸ਼ਨ ਦੇਣ ਆਏ ਹਾਂ, ਕਹਿਣਗੇ ਅਸੀਂ ਦਰਸ਼ਨ ਕਰਨ ਆਏ ਹਾਂ ਜੀ। ਸੁਨਤ ਪ੍ਰਹਿਲਾਦ ਬਚਨ ਉਚਰਾ, ਸੁਣ ਕੇ ਪ੍ਰਹਿਲਾਦ ਜੀ ਨੇ ਬਚਨ ਕਿਹਾ, ਕੋ ਵਾਸਨ ਧੋਏ ਉਜਲ ਕਰਾ, ਇਸ ਤਰ੍ਹਾਂ ਭਾਂਡਾ ਧੋ ਕੇ ਉਜਲ ਕੀਤਾ ਹੈ। ਕਾਂਕੋ ਦੂਦਾ ਚੋਏ ਕਰ ਲੀਨਾ, ਕਿੱਥੋਂ ਤੁਸੀਂ ਦੁੱਧ ਚੋਇਆ ਹੈ। ਕੌਣ ਤਾਵ ਸੋ ਤਾਵਨ ਕੀਨਾ, ਇਹ ਹੁਣ ਅੰਤਰੀਵ ਗੱਲਾਂ ਨੇ ਸਾਰੀਆਂ। ਕਿਹੜੇ ਤਾਉ ਦੇ ਨਾਲ ਦੁੱਧ ਨੂੰ ਤਾਉਣਾ ਕੀਤਾ ਹੈ। ਕੌਣ ਸਮਾਇਨ ਤਾ ਮਹਿ ਪਾਇਆ, ਉਹਦੇ ਵਿੱਚ ਜਾਗ ਕਿਹੜਾ ਲਾਇਆ ਹੈ। ਕੌਣ ਥਾਨ ਦੁੱਧ ਰਾਖ ਜਮਾਇਆ, ਕਿਹੜੇ ਥਾਂ ਦੇ ਉੱਤੇ ਉਹ ਦੁੱਧ ਨੂੰ ਰੱਖ ਕੇ ਜਮਾਇਆ ਹੈ। ਕਿਸ ਵਿਦ ਮਥ ਕੈ ਕਾਢੋ ਮੱਖਣ, ਇਸ ਤਰੀਕੇ ਨਾਲ ਉਹਨੂੰ ਰਿੜਕ ਕੇ ਮੱਖਣ ਕੱਢਿਆ ਹੈ। ਪੁਨ ਕੈਸੇ ਕੀਨੋ ਤੁਮ ਚਾਖਨ, ਫਿਰ ਉਸ ਮੱਖਣ ਨੂੰ ਕਿਵੇਂ ਖਾਣਾ ਕੀਤਾ ਹੈ। ਕਹੀਏ ਸਭ ਮੋਕੋ ਵਿਚਾਰਾ, ਇਹ ਗੁਪਤ ਗੱਲ ਹੈ। ਭਾਂਡਾ ਧੋਏ ਬੈਸ ਧੂਪ ਦੇਵੋ ਤਉ ਦੁੱਧੇ ਕੋ ਜਾਵੋ, ਇਹ ਸਾਰਾ ਉਹੀ ਸ਼ਬਦ ਹੈ। ਇਸ ਤਰ੍ਹਾਂ ਦੇ ਅੰਤਰੀਵ ਭਾਵ ਦੇ ਵਿੱਚ ਇਹ ਆਪੇ ਭਾਂਡੇ ਸਾਜਿਆ ਨਾ ਆਪੇ ਪੂਰਨ ਦੇ, ਇੱਕ ਨਹੀਂ ਦੁੱਧ ਸਮਾਈਆ, ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈ ਸਭ ਇੱਕੋ ਉੱਪਰ ਰਹਿਣ ਖੜੇ, ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ। ਇਹ ਉਹੇ ਜਿਹੇ ਇਸ਼ਾਰੇ ਮਾਤਰ ਤਰੀਕੇ ਨਾਲ, ਕਿਉਂਕਿ ਵੱਡਿਆਂ ਦੀਆਂ ਵੱਡੀਆਂ ਗੱਲਾਂ ਹੁੰਦੀਆਂ ਨੇ। ਆਮ ਤੌਰ ਤੇ ਆਪਾਂ ਕਦੇ ਬਹੁਤ ਜ਼ਿਆਦਾ ਅਵਸਥਾ ਵਿੱਚ ਉੱਚੇ ਮਹਾਤਮਾ ਬ੍ਰਹਮ ਗਿਆਨੀ ਨੂੰ ਮਿਲੇ ਨਹੀਂ, ਬਹੁਤ ਘੱਟ। ਉਹਨਾਂ ਦੇ ਇਸ਼ਾਰੇ ਜੇ ਹੁੰਦੇ ਨੇ ਇਸ ਤਰ੍ਹਾਂ ਦੇ, ਉਹ ਇਸ਼ਾਰੇ ਨੂੰ ਸਮਝਣਾ ਆਮ ਵਿਅਕਤੀ ਦੇ ਹਿਸਾਬ ਕਿਤਾਬ ਤੋਂ ਪਰੇ ਹੁੰਦਾ। ਜੇ ਅਸੀਂ ਵੀ ਬਹੁਤ ਮਹਾਂਪੁਰਖਾਂ ਦੀ ਸੰਗਤ ਕੀਤੀ ਕਰਕੇ ਬ੍ਰਹਮ ਗਿਆਨੀ ਅੱਗੇ ਜੋ ਕੋਈ ਕੁਐਸਚਨ ਕਰਦੇ ਨੇ ਜਾਂ ਬੋਲਦੇ ਨੇ, ਕੁਝ ਕਹਿੰਦੇ ਨੇ, ਉਹ ਆਮ ਬੰਦਾ ਬਾਅਦ ਸਾਨੂੰ ਪੁੱਛਦਾ ਹੁੰਦਾ ਇਹ ਕੀ ਕਹਿੰਦੇ ਸੀ, ਸਾਨੂੰ ਤਾਂ ਸਮਝ ਨਹੀਂ ਲੱਗੀ। ਬਸ ਇਹ ਇਸ ਤਰ੍ਹਾਂ ਹੀ ਬਚਨ ਕਰਦੇ ਹੁੰਦੇ ਨੇ। ਉਹ ਬੈਠੇ ਬੈਠੇ ਕੋਈ ਇਹੋ ਜਿਹਾ ਬਚਨ ਕਰ ਰਹੇ ਭਾਈ, ਉਹ ਫਿਰ ਉਹ ਨਹੀਂ ਮਿਲਿਆ ਨਹੀਂ ਜੀ। ਲਓ ਇਹ ਕੀ ਪਤਾ ਲੱਗਿਆ ਕੀ ਬੋਲ ਗਏ ਜਾਂ ਉਹ ਕੀ ਬੋਲ ਗਿਆ ਅੱਗਿਓਂ, ਉਹ ਹੋ ਗਿਆ ਤੇਰਾ ਹਾਂ ਜੀ। ਉਹ ਅੰਤਰੀ ਅਵਸਥਾ ਬਾਰੇ ਪੁੱਛਦੇ ਹੁੰਦੇ ਵੀ ਉਹ ਅੰਦਰੋਂ ਜੁੜਿਆ ਕਿ ਨਹੀਂ ਜੁੜਿਆ ਹਲੇ। ਇਸ ਤਰ੍ਹਾਂ ਦੀਆਂ ਕਈ ਪ੍ਰਕਾਰ ਦੀਆਂ, ਇਹਨੂੰ ਕਹਿੰਦੇ ਅੰਤਰੀਵ ਭਾਵ। ਇਹ ਭਗਤਾਂ ਦੀ ਬਾਣੀ ਜਦੋਂ ਆਵੇਗੀ ਸਵੇਰ ਦੀ ਕਥਾ 'ਚ ਗੌੜੀ ਰਾਗ ਦੀ, ਉਦੋਂ ਅੰਤਰੀਵ ਅਰਥ ਬਹੁਤ ਆਉਣਗੇ ਉਹਦੇ ਵਿੱਚ। ਇਸ ਤਰ੍ਹਾਂ ਦੇ ਅੰਤਰੀਵ ਭਾਵ ਦੱਸਦੇ ਹਨ। ਜੇ ਵਿਦ ਕੀਨੀ ਨੀਕੀ ਕਾਰਾ, ਜਿਸ ਤਰੀਕੇ ਨਾਲ ਤੁਸੀਂ ਚੰਗੀ ਕਾਰ ਕੀਤੀ ਹੈ। ਦੋਹਰਾ ਬੋਲੇ ਸ੍ਰੀ ਨਾਨਕ ਤਵੈ ਤਨ ਵਾਸਨ ਕੋ ਧੋਇ। ਹੁਣ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਉਹਨੇ ਪਰਖਣਾ ਸੀ ਅਸਲ ਵਿੱਚ, ਵੀ ਮੈਂ ਇਹੋ ਜਿਹੇ ਢੰਗ ਨਾਲ ਕੁਐਸਚਨ ਕਰਦਾ, ਇਹਨਾਂ ਨੂੰ ਪ੍ਰਸ਼ਨ ਕਰਦਾ, ਜੇ ਤੇ ਪੂਰੇ ਹੋਣਗੇ ਤਾਂ ਮੇਰੀ ਗੱਲ ਸਮਝ ਜਾਣਗੇ,
ਜੇ ਪੂਰੇ ਨਾ ਹੋਣਗੇ ਫਿਰ ਜਵਾਬ ਨਾ ਦੇਣਗੇ। ਉਹਨੇ ਕਿਹਾ ਸੀ ਵੀ ਤੁਸੀਂ ਜਿਹੜਾ ਹੈ ਭਾਂਡਾ ਕਿਵੇਂ ਉਜਲ ਕੀਤਾ ਹੈ, ਉਹ 'ਚ ਦੁੱਧ ਕਿਹੜਾ ਪਾਇਆ। ਹੁਣ ਗੁਰੂ ਸਾਹਿਬ ਦਾ ਜਵਾਬ ਦੇ ਕੇ ਤਸੱਲੀ ਕਰਾਉਂਦੇ ਨੇ, ਬੋਲੇ ਸ਼੍ਰੀ ਨਾਨਕ ਤਬੈ ਤਨ ਬਾਸਨ ਕੋ ਧੋਏ। ਸਰੀਰ ਰੂਪੀ ਜਿਹੜਾ ਬਾਸਨ ਹੁੰਦਾ ਭਾਂਡਾ, ਆਪੇ ਭਾਂਡੇ ਸਾਜਨ, ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ। ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ। ਮੈਲੇ ਹੱਛੇ ਕਾ ਵਿਚਾਰ ਆਪ ਵਰਤਾਏ ਸੀ। ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦਾ ਸਾਰਾ ਪਾਠ ਅਰਥਾਂ ਸੰਯੁਕਤ ਕੀਤਾ ਹੁੰਦਾ, ਇਹ ਗੱਲਾਂ ਉਹਨਾਂ ਨੂੰ ਫਿਰ ਸਮਝ ਲੱਗ ਜਾਂਦੀਆਂ। ਜਿਹਨੇ ਜਪਜੀ ਸਾਹਿਬ ਵੀ ਨਹੀਂ ਕਦੇ ਪੜ੍ਹਿਆ, ਉਹ ਤਲਕ ਖੜੀ ਕਰ ਲੈਂਦਾ। ਆਪ ਭਾਈ ਵੀਰ ਸਿੰਘ ਨੇ ਦੇਖੋ ਜਪਜੀ ਸਾਹਿਬ 'ਚੋਂ ਸਾਰੀਆਂ ਚੀਜ਼ਾਂ ਕੱਢ ਕੇ ਦੱਸ ਦਿੱਤੀਆਂ ਕਿ ਕਿੱਥੇ ਕਿੱਥੇ ਲਿਖੀਆਂ ਹੋਈਆਂ ਨੇ। ਮਹਾਰਾਜ ਕਹਿੰਦੇ ਪਹਿਲਾਂ ਅਸੀਂ ਸਰੀਰ ਰੂਪੀ ਬਰਤਨ ਨੂੰ ਸ਼ੁੱਧ ਕੀਤਾ ਹੈ। ਤੇਨ ਖਮਾ ਕੇ ਪਾਸਤੇ ਦੂਧ ਸੰਤੋਖ ਹੈ ਚੋਏ। ਫਿਰ ਅਸੀਂ ਕਹਿੰਦੇ ਦੁੱਧ ਕਿੱਥੋਂ ਲਿਆ। ਧੇਨ ਹੁੰਦੀ ਗਊ, ਖਿਮਾ ਰੂਪੀ ਗਊ, ਕਿਸੇ ਨੂੰ ਖਿਮਾ ਕਰ ਦੇਣਾ। ਖਿਮਾ ਰੂਪੀ ਗਊ ਦੇ ਕੋਲੋਂ ਅਸੀਂ ਦੁੱਧ ਕਿਹੜਾ ਲਿਆ, ਸੰਤੋਖ ਦਾ ਦੁੱਧ ਲਿਆ। ਇਹ ਹੁਣ ਅੰਤਰੀ ਭਾਵ ਨੇ। ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ। ਇਹੋ ਜਨੇਊ ਜੀ ਕਾ ਹਈ ਦਾ ਪਾਂਡੇ ਘਟ। ਧੇਨ ਦੁੱਧਾ ਤੇ ਬਾਹਰੀ ਕਿਤੇ ਨਾ ਆਵੇ ਕਾਮ। ਜੇ ਗੁਰਬਾਣੀ ਦੇ ਇੰਨੇ ਪ੍ਰਮਾਣ ਕੰਠ ਹੋਣ ਤਾਂ ਆਪਾਂ ਨੂੰ ਪਤਾ ਲੱਗਦਾ ਕਿ ਇੱਥੇ ਇਹਨਾਂ ਦੀ ਕੀ ਵਿਚਾਰ ਚੱਲਦੀ ਹੈ। ਚੌਪਈ ਤਨ ਤਾਪਨ ਕੋ ਤਾਵਨ ਤਾਇਆ। ਸੋ ਇਸ ਤਰੀਕੇ ਨਾਲ ਫਰਮਾਉਂਦੇ ਨੇ ਕਿ ਤਨ ਨੂੰ ਤਪਾਉਣ ਵਾਸਤੇ ਤਾਵਨ ਹੁੰਦਾ ਚੁੱਲ੍ਹਾ ਅਸੀਂ ਬਾਲਿਆ ਹੈ। ਗੁਰ ਉਪਦੇਸ਼ ਸਮਾਇਨ ਪਾਇਆ। ਗੁਰੂ ਉਪਦੇਸ਼ ਦਾ ਜਿਹੜਾ ਸੀ ਜਾਗ ਉਹਦੇ ਵਿੱਚ ਲਾਇਆ ਹੈ। ਸਤ ਸੰਗਤ ਮੈਂ ਭਲੋ ਸਥਾਨਾ। ਉਹਨੇ ਕਿਹਾ ਸੀ ਤੁਸੀਂ ਕਿਹੜੇ ਥਾਂ ਤੇ ਰੱਖ ਕੇ ਜਮਾਇਆ ਇਹਨੂੰ। ਗੱਲ ਤਾਂ ਮਨ ਦੀ ਚੱਲ ਰਹੀ ਆ। ਕਹਿੰਦੇ ਸਤ ਸੰਗਤ ਰੂਪੀ ਸਥਾਨ ਤੇ ਇਸ ਨੂੰ ਅਸੀਂ ਭਲੇ ਥਾਂ ਤੇ ਰੱਖ ਕੇ ਜਮਾਇਆ। ਰਾਖ ਜਮਾਇਓ ਤਹਾਂ ਸੁਜਾਨਾ। ਸਤ ਸੰਗਤ ਦੇ ਵਿੱਚ ਇਹਨੂੰ ਜਮਾਇਆ ਹੈ ਰੱਖ ਕਰਕੇ। ਸੋ ਜਿਵੇਂ ਬਚਨ ਆਇਆ ਕਾਇਆ ਰੰਗਣ ਜੇਥੀਆ ਪਿਆਰੇ ਪਾਈਐ ਨਾਉ ਮਜੀਠ। ਕਾਇਆ ਸਰੀਰ ਰੂਪੀ ਰੰਗਣ ਮਟਕੀ ਜਿਹੜੀ ਆ ਜੇ ਹੋ ਜਾਵੇ ਪਾਈਐ ਨਾਉ ਮਜੀਠ, ਜਾਂ ਸਤਸੰਗਤ ਦੀ ਮਟਕੀ ਵਿੱਚ ਸਰੀਰ ਨੂੰ ਰੱਖ ਕੇ ਫਿਰ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ। ਰੰਗਣ ਵਾਲਾ ਸਾਹਿਬ ਜੇ ਸਤਿਗੁਰੂ ਨਾਨਕ ਦੇਵ ਜੀ ਗੁਰੂ ਗ੍ਰੰਥ ਸਾਹਿਬ ਜੀ ਰੰਗ ਦੇਣ ਤਾਂ ਕਿਰਪਾ ਹੁੰਦੀ, ਫਿਰ ਇਹੋ ਜਿਹਾ ਰੰਗ ਦਿਖਦਾ ਨਹੀਂ। ਮਨ ਵਿਚਾਰ ਕੇ ਮਥਨੀ ਕਰਕੇ। ਜਿਹੜਾ ਫਿਰ ਤੁਸੀਂ ਕਹਿੰਦੇ ਉਹਨੇ ਰਿੜਕਿਆ ਕਿਵੇਂ ਆ। ਕਹਿੰਦੇ ਮਨ ਦੀ ਵਿਚਾਰ, ਸ਼ਬਦ ਦੀ ਵਿਚਾਰ ਮਨ ਅੰਦਰ ਕੀਤੀ ਹੈ। ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਇਹੀ ਮਹਾਰਾਜ ਨੇ ਸਾਰਾ ਸ਼ਬਦ ਉਚਾਰਨ ਕੀਤਾ ਹੈ। ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੂਧੇ ਕੋ ਜਾਵੋ। ਦੂਧ ਕਰਮ ਫੁਨ ਸੁਰਤ ਸਮਾਇਣ ਹੋਏ ਨਿਰਾਸ ਜਮਾਵੋ। ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਇਹੋ ਮਨ ਈਟੀ ਹਾਥ ਕਰੋ ਫੁਨ ਨੇਤਰੋ ਨੀਂਦ ਨਾ ਆਵੇ। ਇਹ ਕੁੱਲ ਉਸੇ ਸ਼ਬਦ ਦਾ ਹੀ ਸਿਧਾਂਤ ਹੈ ਇੱਥੇ। ਆਪਾ ਤਜਨ ਮਥਿਓ ਹਿਤ ਧਰ ਕੈ। ਜਿਹੜਾ ਇਹਦੇ ਵਿੱਚ ਮਥਣਾ ਸੀ, ਭਾਵ ਮਥਿਓ ਹੁੰਦਾ ਰਿੜਕਿਆ ਹੈ, ਇਹ ਸੀ ਮੇਰਾ ਅੰਦਰ ਜਿਹੜਾ ਆਪਾ ਭਾਵ ਸੀ, ਜਿਹੜਾ ਮੈਂ ਸੀਗਾ। ਮੈਂ ਜਿਹੜੀ ਅੰਦਰਲੀ ਮੈਂ ਸੀ ਉਹਨੂੰ ਰਿੜਕਿਆ ਪਹਿਲਾਂ ਵੀ ਤੂੰ ਕੌਣ ਹੈ। ਫਿਰ ਉਸ ਦੀ ਮੈਂ ਵਿਚਾਰ ਕੀਤੀ। ਇਹਦੀ ਵਿਚਾਰ ਮੈਂ ਕੀਤੀ ਸ਼ਬਦ ਦੇ ਰਾਹੀਂ। ਵਾਹਿਗੁਰੂ ਗੁਰਮੰਤਰ ਹੈ ਜਪ ਹਉਮੈ ਖੋਈ। ਮੈਂ ਇਹਦਾ ਰਿੜਕਣਾ ਕੀਤਾ ਹੌਲੀ ਹੌਲੀ। ਅੰਦਰੋਂ ਮੇਰਾ ਆਪਾ ਭਾਵ ਖਤਮ ਤਾਂ ਹੋਣਾ ਸੀ ਜਿਵੇਂ ਸ਼ਬਦ ਨੂੰ ਰਿੜਕਣਾ ਸੀ। ਵਾਹਿਗੁਰੂ ਵਾਹਿਗੁਰੂ ਕਰਦਿਆਂ ਕਰਦਿਆਂ ਰਿੜਕਿਆ ਤੇ ਫਿਰ ਸ਼ਬਦ ਦੀ ਮੈਂ ਵਿਚਾਰ ਕੀਤੀ। ਜਦੋਂ ਮੈਂ ਇਹ ਵਿਚਾਰ ਕੀਤੀ ਕਿ ਤੂੰ ਕੌਣ ਹੈ ਬਈ, ਮੈਂ ਤਾਂ ਉਹ ਨਹੀਂ ਹੈ ਜੋ ਮੈਂ ਸੋਚਦਾ ਹਾਂ, ਮੈਂ ਆਤਮਾ ਹਾਂ। ਤੇ ਆਤਮਾ ਕੌਣ ਹੈ? ਆਤਮਾ ਪਰਮਾਤਮਾ ਹੈ। ਤੇ ਫਿਰ ਤੂੰ ਜਿਹੜਾ ਵਿਚਾਲੇ ਕੌਣ ਖੜਾ ਹੈ? ਮੈਂ। ਇਹ ਮੈਂ ਨੂੰ ਪਾਸੇ ਹਟਾਤਾ। ਰਿੜਕ ਰਿੜਕ ਕੇ ਫਿਰ ਅਸੀਂ ਬ੍ਰਹਮ ਗਿਆਨ ਤੱਕ ਚਲੇ ਗਏ। ਭਾਣਾ ਮੰਨਣ ਚਾਖ ਕਰ ਸਾਦਾ। ਫਿਰ ਇਸ ਤਰ੍ਹਾਂ ਜਿਹੜਾ ਸੀਗਾ ਉਹ ਸਵਾਦ ਲਿਆ ਸੀ ਮੱਖਣ ਖਾਣ ਦਾ। ਭਾਣੇ ਨੂੰ ਮੰਨਣਾ, ਚਾਖ ਕਰ, ਚੱਖ ਕੇ ਉਹਨੂੰ ਖਾ ਕੇ ਇਸ ਮੱਖਣ ਦਾ ਸਵਾਦ ਲਿਆ ਮੈਂ
ਕਿਉਂਕਿ ਇਹ ਸਾਰੀ ਚੀਜ਼ ਹੈ ਅਭਿਆਸੀਆਂ ਲਈ, ਨਾਮ ਜਪਣ ਵਾਲਿਆਂ ਲਈ। ਉਹਨਾਂ ਨੂੰ ਚੰਗੀ ਸੋਝੀ ਪੈ ਜਾਂਦੀ ਇਸ ਗੱਲ ਦੀ ਕਿ ਅਸੀਂ ਆਪਣੇ ਅੰਦਰੋਂ ਕਿਵੇਂ ਸਾਫ਼ ਕਰਨਾ ਆਪਣੇ ਆਪ ਨੂੰ, ਭਾਣਾ ਮੰਨਣਾ, ਨਾਮ 'ਚ ਲਿਵ ਲਾਉਣੀ, ਸੰਗਤ ਵਿੱਚ ਬਹਿਣਾ, ਦਇਆ ਅਤੇ ਸੰਤੋਖ, ਖਿਮਾ ਗੁਣ ਧਾਰਨ ਕਰਨੇ, ਸਰੀਰ ਦਾ ਭਾਂਡਾ ਧੋਣਾ ਅਥਵਾ ਜਾਤ ਪਹਾਰਾ, ਧੀਰਜ ਸੁਨਿਆਰ, ਅਹਰਣ ਮਤ, ਵੇਦ ਹਥਿਆਰ, ਭਉ ਖੱਲਾ, ਅਗਨ ਤਪ ਤਾਓ, ਭਾਂਡਾ ਭਾਓ, ਅੰਮ੍ਰਿਤ ਦਿਤ ਢਾਲ, ਘੜੀਆ ਸ਼ਬਦ ਸੱਚੀ ਟਕਸਾਲ, ਜਿਨ ਕੋ ਨਦਰ ਕਰਮ ਤਿਨ ਕਾਰ, ਨਾਨਕ ਨਦਰੀ ਨਦਰ ਨਿਹਾਲ। ਇੱਥੇ ਤੱਕ ਮਹਾਰਾਜ ਸੱਚੇ ਪਾਤਸ਼ਾਹ ਦੀ ਇਹ ਵਿਚਾਰ ਹੈ। ਤਿਰਪਤ ਭਏ ਸ੍ਰੀ ਗੁਰੂ ਪ੍ਰਸਾਦਾ। ਫਿਰ ਜਿਹੜਾ ਤੁਸੀਂ ਕਹਿਣਾ ਤੁਸੀਂ ਰੱਜੇ ਕਿਵੇਂ? ਰੱਜੇ ਹਾਂ ਅਸੀਂ ਗੁਰੂ ਦੀ ਪ੍ਰਸਾਦਾ ਕਿਰਪਾ ਨਾਲ। ਗੁਰੂ ਦੀ ਕਿਰਪਾ ਨਾਲ ਬੰਦੇ ਦੇ ਅੰਦਰ ਜਿਹੜਾ ਸੰਤੋਖ ਆ ਜਾਂਦਾ, ਕਿਸੇ ਪਦਾਰਥ ਦੀ ਤਮੰਨਾ ਨਾ ਰਹਿਣੀ, ਸਾਰੀਆਂ ਇੱਛਾਵਾਂ ਹੀ ਖਤਮ ਹੋ ਗਈਆਂ। ਸੁਨ ਪ੍ਰਹਿਲਾਦ ਭਗਤ ਅਸ ਬਾਨੀ। ਸੁਣ ਕੇ ਪ੍ਰਹਿਲਾਦ ਭਗਤ ਜੀ ਇਹੀ ਜੀ ਬਾਣੀ। ਬੰਧਨ ਕੀਨ ਜੋਰ ਜੁਗ ਪਾਨੀ। ਦੋਨੋਂ ਹੱਥ ਜੋੜ ਕੇ ਫਿਰ ਬੰਦਨਾ ਕੀਤੀ। ਦੇਹ ਕੋ ਪ੍ਰੇਮ ਦੇਖ ਸੁਖ ਧਾਮਾ। ਉਹਦਾ ਪ੍ਰੇਮ ਦੇਖ ਕਰਕੇ ਸੁਖਾਂ ਦੇ ਘਰ ਗੁਰੂ ਨਾਨਕ ਦੇਵ ਜੀ ਆਪ ਕਰੇ ਤਹਿ ਚਰਨ ਪ੍ਰਣਾਮਾ। ਸੋ ਆਪ ਕੀਤੀ ਹੈ ਚਰਨਾਂ ਦੇ ਉੱਤੇ ਪ੍ਰਣਾਮ। ਦੋਹੇ ਦਿਸ ਹੋਵਾ ਹਰਖ ਵਿਸਾਲਾ। ਦੋਨਾਂ ਪਾਸਿਆਂ ਤੇ ਬਹੁਤ ਖੁਸ਼ੀ ਹੋਈ ਹੈ। ਕਹਿਤ ਬਚਨ ਪ੍ਰਹਿਲਾਦ ਰਸਾਲਾ। ਪ੍ਰਹਿਲਾਦ ਜੀ ਬੜੇ ਮਿੱਠੇ ਸੋਹਣੇ ਬਚਨ ਕਰ ਰਹੇ ਨੇ। ਤੁਮ ਅਵਤਾਰ ਭਏ ਜਗ ਮਾਹੀ। ਆਪ ਜੀ ਸੰਸਾਰ ਦੇ ਅੰਦਰ ਅਵਤਾਰ ਧਾਰ ਕੇ ਆਏ ਹੋ। ਜਿਉ ਨਰ ਸਿੰਘ ਭਏ ਮਮ ਚਾਹੇ। ਜਿਵੇਂ ਮੇਰੀ ਇੱਛਾ ਨਾਲ ਨਰ ਸਿੰਘ ਜੀ ਆ ਕੇ ਉਹਨਾਂ ਨੇ ਹਰਨਾਕਸ਼ ਮੇਰੇ ਪਿਤਾ ਨੂੰ ਮਾਰਿਆ ਸੀ। ਜਬ ਜਗ ਸੰਤ ਦੁਖ ਹੈ ਕਹਿ ਰੀਤੇ। ਇਹ ਜੀ ਜਦੋਂ ਜੱਗ ਦੇ ਵਿੱਚ ਸੰਤ ਮਹਾਤਮਾ ਕਿਸੇ ਤਰੀਕੇ ਨਾਲ ਦੁਖੀ ਹੋਣ ਲੱਗ ਜਾਂਦੇ ਨੇ, ਬਹਰ ਧਰਮ ਹੋਤ ਵਿਪਰੀਤੇ। ਫਿਰ ਲੋਕੀ ਧਰਮ ਦੇ ਜਦੋਂ ਬਹੁਤ ਉਲਟ ਹੋ ਜਾਂਦੇ ਨੇ, ਤਬ ਤਨ ਧਰ ਸੰਕਟ ਜਨ ਖਪ। ਉਸ ਵਕਤ ਆਪ ਜੀ ਆਪਣਾ ਸਰੂਪ ਧਾਰ ਕੇ ਭਗਤਾਂ ਦੇ ਜਿਹੜੇ ਦੁੱਖ ਹੁੰਦੇ ਨੇ ਉਹਨਾਂ ਨੂੰ ਕੱਟਣ ਵਾਸਤੇ ਆਉਂਦੇ ਹੋ। ਜਗ ਮਹਿ ਦੇਹ ਧਰਮ ਕੋ ਥਪ। ਫਿਰ ਆਪ ਜੀ ਸੰਸਾਰ ਦੇ ਅੰਦਰ ਆਉਂਦੇ ਹੋ, ਜੱਗ ਦੇ ਵਿੱਚ ਉਹੀ ਜੀ ਦੇਹੀ ਬਣਾ ਕੇ ਦੁਨੀਆ ਦੇ ਕਸ਼ਟ ਕੱਟਣ ਵਾਸਤੇ ਆਪ ਆਉਂਦੇ ਹੋ। ਕਰ ਉਸਤਤ ਪਨਾ ਕਿਆ ਪਾਦਾ ਬੰਧਨ। ਉਸਤਤੀ ਕਰਕੇ ਫਿਰ ਚਰਨਾਂ ਤੇ ਮੱਥਾ ਟੇਕਿਆ। ਦਰਸ਼ਨ ਕਰਹਿ ਦੋਖ ਨਿਕੰਦਨ। ਦੁੱਖਾਂ ਦੇ ਕੱਟਣ ਵਾਲੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰ ਰਿਹਾ। ਸ੍ਰੀ ਅੰਗਦ ਜੀ ਸੁਨ ਹਿਤ ਕਾ ਸਾਥਾ। ਇਹ ਗੁਰੂ ਅੰਗਦ ਦੇਵ ਮਹਾਰਾਜ ਜੀ ਪਿਆਰ ਨਾਲ ਅੱਗੇ ਸੁਣੋ ਜੀ। ਮੈਂ ਬੂਝਤ ਭਾ ਬਹਰੋ ਗਾਥਾ। ਮੈਂ ਫਿਰ ਉਹ ਸਾਰੀ ਗਾਥਾ ਅੱਗੇ ਪੁੱਛੀ ਹੈ। ਆਪਣੀ ਕਥਾ ਸੁਣਾਵੋ ਸਾਰੀ। ਪ੍ਰਹਿਲਾਦ ਜੀ ਤੁਸੀਂ ਆਪਣੇ ਮੁਖ ਨਾਲ ਆਪਣੀ ਸਾਰੀ ਕਥਾ ਸੁਣਾਓ। ਦੁਨੀਆ 'ਚ ਤਾਂ ਅਸੀਂ ਸੁਣੀ ਹੋਈ ਹੈ, ਤੁਸੀਂ ਸ਼ੁਰੂ ਤੋਂ ਲੈ ਕੇ ਕਿਵੇਂ ਕਿਵੇਂ ਕਸ਼ਟ ਸਹਾਰੇ ਨੇ, ਤੁਹਾਡੇ ਮੁਖੋਂ ਸੁਣ ਕੇ ਸਾਨੂੰ ਜ਼ਿਆਦਾ ਤਸੱਲੀ ਹੋਵੇਗੀ। ਜਿਉ ਪ੍ਰਭ ਰੱਖਿਆ ਕੀਨ ਤੁਮਾਰੀ। ਉਹ ਜਿਵੇਂ ਫਿਰ ਪਰਮੇਸ਼ਰ ਨੇ ਤੁਹਾਡੀ ਉਦੋਂ ਰੱਖਿਆ ਕੀਤੀ ਸੀ ਆ ਕੇ ਦੁਨੀਆ ਤੇ, ਉਹਨਾਂ ਦਾ ਰੂਪ ਧਾਰਨ ਕੀਤਾ ਹੁਕਮ ਅਨੁਸਾਰ, ਉਹ ਸੁਣਾਓ ਸਾਰਾ। ਸਰਬ ਜਗਤ ਮਹਿ ਵਿਦਤ ਕਹਾਣੀ। ਕਿਉਂਕਿ ਤੁਹਾਡੀ ਜਿਹੜੀ ਇਹ ਕਥਾ ਸਾਰੇ ਜੱਗ ਦੇ ਵਿੱਚ ਮਸ਼ਹੂਰ ਹੈ। ਸੋ ਨਿਜ ਮੁਖ ਤੇ ਕਰੋ ਬਖਾਨੀ। ਉਹ ਆਪਣੇ ਮੁਖ ਵਿੱਚੋਂ ਤੁਸੀਂ ਕਥਨ ਕਰਕੇ ਸੁਣਾਓ ਮੈਨੂੰ। ਜਬ ਮਮ ਬੈਨ ਸੁਨੇ ਅਸਕਾਨਾ। ਜਦੋਂ ਮੇਰੇ ਬਚਨ ਭਾਈ ਬਾਲਾ ਜੀ ਕਹਿੰਦੇ ਆਪਣੇ ਕੰਨਾਂ 'ਚ ਸੁਣੇ। ਬੋਲਿਓ ਤਬ ਪ੍ਰਹਿਲਾਦ ਸੁਜਾਨਾ। ਉਸ ਵਕਤ ਸੁਜਾਨਾ ਤੋਂ ਭਾਵ ਸਿਆਣੇ ਪ੍ਰਹਿਲਾਦ ਜੀ ਬੋਲੇ। ਪੂਰਬ ਏਕ ਸਮੈ ਜਗਨਾ ਹੋ। ਜਗਤ ਦੇ ਸੁਆਮੀ ਮਾਲਕ ਪਹਿਲਾਂ ਇੱਕ ਵਾਰੀ ਧਾਰਤ ਭੇ ਅਵਤਾਰ ਬਰਾਹੋ। ਉਹਨਾਂ ਨੇ ਪਹਿਲਾਂ ਬਰਾਹ ਅਵਤਾਰ ਧਾਰਨ ਕੀਤਾ ਧਰਤੀ ਤੇ। ਮਮ ਪਿਤ ਭਰਾਤਾ ਛਿਤ ਕੋ ਲੀਨੇ। ਸੋ ਉਸ ਵਕਤ ਕੀ ਹੋਇਆ, ਜੋ ਮੇਰੇ ਪਿਤਾ ਦਾ ਭਰਾਤਾ ਸੀ, ਚਾਚਾ ਭਾਵ ਮੇਰਾ, ਉਹਨੇ ਪ੍ਰਿਥਵੀ ਨੂੰ ਲੈ ਲਿਆ ਸੀ। ਗਏ ਔਰ ਸਾਤਲ ਗਰਭਤ ਪੀਨੇ। ਕਿਉਂਕਿ ਉਹਨੇ ਸ਼ਕਤੀ ਇੰਨੀ ਜ਼ਿਆਦਾ ਸੀ, ਪਤਾਲ ਦੇ 7 ਲੋਕਾਂ ਵਿੱਚ 6ਵਾਂ ਲੋਕ ਉਹ ਲੈ ਕੇ ਧਰਤੀ ਸਾਰੀ ਨੂੰ ਪਾਣੀ ਵਿੱਚ ਹੀ ਡੁਬੋ ਦਿੱਤਾ ਸੀ। ਐਸੀ ਸ਼ਕਤੀ ਹੁਣ ਸਾਇੰਸ ਕੋਲ ਹੈ, ਪਹਿਲਾਂ ਹੁੰਦੀ ਸੀ ਉਹ ਤਾਕਤਾਂ 'ਚ। ਹੁਣ ਸਾਇੰਸ ਕੋਲ ਹੈ, ਜੇ ਕਰਨਾ ਚਾਹੇ ਸਾਰਾ ਕੁਝ ਡੁਬੋ ਸਕਦੇ ਨੇ, ਕਿਤੇ ਵੀ ਕੁਝ ਵੀ ਕਰਨ ਨੂੰ ਸਮਰੱਥ ਹੋ ਜਾਂਦੀ ਸਾਇੰਸ। ਇਹ ਉਦੋਂ ਇਹ ਚੀਜ਼ਾਂ ਭਗਤੀ ਤੇ ਤਪੱਸਿਆ ਨਾਲ ਆ ਜਾਂਦੀਆਂ ਸੀ। ਤੋ ਇਸ ਤਰੀਕੇ ਨਾਲ
ਕਹਿੰਦੇ ਉਹਨੇ ਧਰਤੀ ਨੂੰ ਜਦੋਂ ਸਮੁੰਦਰ ਦੇ ਵਿੱਚ ਡੁਬੋ ਦਿੱਤਾ, ਤਿਹ ਕੋ ਮਾਰ ਲੀਨ ਤਬ ਛੋਨੀ। ਉਸ ਵਕਤ ਜਿਹੜੀ ਸੀ ਨਾ ਛੋਨੀ ਤੋਂ ਭਾਵ ਜਿਹੜੀ ਧਰਤੀ ਸੀ ਉਹ ਪਾਣੀ ਵਿੱਚ, ਜਿਵੇਂ ਬਹੁਤ ਵਾਰੀ ਐਸਾ ਪਹਿਲਾਂ ਵੀ ਹੋਇਆ, ਆਪਾਂ ਪੜ੍ਹਦੇ ਵੀ ਹਾਂ ਕਿ 40 ਦਿਨ ਮੀਂਹ ਪੈਂਦਾ ਰਿਹਾ, ਧਰਤੀ ਸਾਰੀ ਤੇ ਪਾਣੀ ਪਾਣੀ ਹੋ ਗਿਆ ਸੀ। ਇਹੀ ਜੀ ਕਿਰਿਆ ਕਈ ਵਾਰੀ ਹੋਰ ਢੰਗ ਨਾਲ ਵੀ ਹੋ ਸਕਦੀ ਹੈ। ਤਪੱਸਿਆ ਨਾਲ ਐਸਾ ਹੋ ਜਾਂਦਾ, ਭਗਤੀ ਨਾਲ ਆਪਾਂ ਕੁਝ ਵੀ ਕਰ ਸਕਦੇ ਹਾਂ, ਕਿਉਂਕਿ ਭਗਤੀ ਦੀ ਤਾਕਤ ਨੂੰ ਆਪਾਂ ਪਹਿਚਾਣਦੇ ਨਹੀਂ। ਭਗਤੀ ਤਾਕਤ ਬਹੁਤ ਜ਼ਿਆਦਾ ਹੁੰਦੀ ਹੈ। ਸੋ ਇਸ ਤਰ੍ਹਾਂ ਜਿਹੜੀ ਭਗਤੀ ਦੀ ਤਾਕਤ ਕਰਕੇ ਜਾਂ ਉਹਨਾਂ ਲੋਕਾਂ 'ਚ ਤਪੱਸਿਆ ਕਰਕੇ ਬਲ ਬਹੁਤ ਆ ਜਾਂਦਾ ਸੀ, ਤੇ ਉਹ ਅਸਲ ਵਿੱਚ ਲੋਕ ਬਲ ਪਾ ਕੇ ਹੰਕਾਰੀ ਬੜੇ ਹੋ ਜਾਂਦੇ ਸੀ। ਤਾਈਓ ਗੁਰੂ ਸਾਹਿਬ ਨੇ ਆ ਕੇ ਸਾਰੀਆਂ ਸ਼ਕਤੀਆਂ ਦਿਖਾਉਣੀਆਂ ਮਨਾ ਕੀਤੀਆਂ। ਨਹੀਂ ਤਾਂ ਭਾਵੇਂ ਭਾਈ ਮਤੀ ਦਾਸ ਨੇ 9ਵੇਂ ਪਾਤਸ਼ਾਹ ਨੂੰ ਕਿਹਾ ਸੀ ਨਾ, ਧਰਤੀ ਗਰਕ ਕਰਦਿਆਂ, ਲਾਹੌਰ ਦਿੱਲੀ ਦੀ ਇੱਟ ਖੜਕਾ ਦਿਆਂ, ਮਹਾਰਾਜ ਕਹਿੰਦੇ ਸ਼ਾਂਤ ਹੋ। ਜੇ ਸਮੁੰਦਰ ਸ਼ਾਂਤ ਬੈਠਾ ਤਾਂ ਸਮੁੰਦਰ ਦੀ ਬੂੰਦ ਕਿਉਂ ਰੌਲਾ ਪਾਈ ਜਾਂਦੀ ਹੈ? ਇੰਨੀ ਸਮਰੱਥਾ ਨਹੀਂ ਆ ਜਾਂਦੀ। ਸੋ ਇਸ ਕਰਕੇ ਉਹ ਪਹਿਲਾਂ ਵੀ ਆਪਣੇ ਗੁਰੂ ਘਰ 'ਚ ਵੀ ਐਸੀਆਂ ਗੱਲਾਂ ਆਈਆਂ ਨੇ। ਜੇ ਮੀਆਂ ਮੀਰ ਆਇਆ ਸੀ 5ਵੇਂ ਪਾਤਸ਼ਾਹ ਤਤੀ ਤਵੀ ਤੇ ਬੈਠੇ ਸੀ, ਕਹਿੰਦੇ ਮਹਾਰਾਜ ਹੁਕਮ ਕਰੋ, ਸਾਰਾ ਤੁਰਕਾਨਾ ਗਰਕ ਕਰਦਿਆਂ, ਧਰਤੀ ਗਰਕ ਕਰਦਿਆਂ, ਬ੍ਰਹਿਮੰਡ ਨਾਸ ਕਰਦਿਆਂ। ਮਹਾਰਾਜ ਕਹਿੰਦੇ ਮੈਂ ਨਹੀਂ ਕਰ ਸਕਦਾ। ਭਾਣੇ ਅੰਦਰ ਵੀ ਤਾਂ ਰਹਿਣਾ ਹੁੰਦਾ ਨਾ, ਨਿਰੰਕਾਰ ਦਾ ਭਾਣਾ ਹੈ। ਇਸ ਕਰਕੇ ਇਹ ਸਾਰਾ ਕੁਝ ਸ਼ਕਤੀਆਂ ਨਾਲ, ਭਗਤੀਆਂ ਨਾਲ, ਤਪੱਸਿਆ ਨਾਲ ਕਰ ਸਕਦੇ ਲੋਕ ਪੁਰਾਣੇ ਕਰਦੇ ਰਹੇ। ਪਰ ਅਕਾਲ ਪੁਰਖ ਵਾਹਿਗੁਰੂ ਫਿਰ ਉਹਨਾਂ ਦਾ ਜਵਾਬ ਦਿੰਦੇ ਵੀ ਰਹੇ। ਫਿਰ ਪਰ ਸਮਾਂ ਪਾ ਕੇ ਤਾਈਓ ਮਹਾਰਾਜ ਨੇ ਸਭ ਕੁਝ ਬਦਲ ਦਿੱਤਾ ਦੁਬਾਰਾ। ਇਹ ਬਦਲਿਆ ਇਸੇ ਕਰਕੇ ਕਿਉਂਕਿ ਹਰ ਬੰਦਾ ਹੀ ਤਪੱਸਿਆ ਕਰਕੇ, ਫਿਰ ਸ਼ਕਤੀ ਦੀ ਪ੍ਰਾਪਤੀ ਕਰਕੇ ਦੁਨੀਆ ਨੂੰ ਹੀ ਪਰੇਸ਼ਾਨ ਕਰਨ ਲੱਗ ਜਾਂਦਾ ਸੀ। ਹੁਣ ਜਿਵੇਂ ਹਰਨਾਕਸ਼ ਨੇ ਭਗਤੀ ਕਰਕੇ 8 ਵਾਰ ਲੈ ਲਏ, ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਸਾਰੇ ਵਾਰ ਚਲੋ ਲਏ 8 ਵਾਰ, ਆਪ ਨੂੰ ਪਤਾ ਹੈ। ਉਹ ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਇਹ ਸਾਰੀਆਂ ਚੀਜ਼ਾਂ ਨਾ 84 ਲੱਖ ਜੂਨ ਚੋਂ ਕੋਈ ਮਾਰ ਸਕੇ, ਨਾ ਕੋਈ ਸ਼ਸਤਰ ਕੱਟ ਸਕੇ, ਨਾ ਸਵੇਰੇ ਮਰਾਂ, ਨਾ ਸ਼ਾਮ ਮਰਾਂ, ਕਈ ਤਰ੍ਹਾਂ ਦੇ ਵਾਰ ਜੇ ਕਢਾ ਲਏ। ਹੁਣ ਵਾਰ ਲੈ ਕੇ ਤੇ ਫਿਰ ਉਹ ਹੋ ਗਿਆ ਵੀ ਹੁਣ ਤਾਂ ਮੈਂ ਮਰਨਾ ਹੀ ਨਹੀਂ। ਤੇ ਜਦੋਂ ਨਹੀਂ ਮਰਨਾ ਤਾਂ ਬੰਦੇ ਨੂੰ ਹੰਕਾਰ, ਜਾਤੀ ਸੀ ਉਹ ਦੈਂਤਾਂ ਦੀ, ਦੈਂਤ ਜਾਤੀ ਹੋਣ ਕਰਕੇ ਹੰਕਾਰ ਹੋ ਗਿਆ, ਦੁਨੀਆ ਨੂੰ ਪਰੇਸ਼ਾਨ ਕਰਨ ਲੱਗਿਆ। ਫਿਰ ਉਹ ਇਸੇ ਤਰ੍ਹਾਂ ਰਾਵਣ ਵੀ ਦੈਂਤ ਜਾਤੀ 'ਚੋਂ ਹੰਕਾਰ ਹੋ ਗਿਆ। ਜਿਉਂ-ਜਿਉਂ ਮਨੁੱਖ ਕੋਲੇ ਸ਼ਕਤੀ ਆਈ ਹੈ, ਦੈਂਤਾਂ ਕੋਲ ਸ਼ਕਤੀ ਆਈ ਹੈ, ਇਹ ਹਮੇਸ਼ਾ ਦੁਨੀਆ ਨੂੰ ਪਰੇਸ਼ਾਨ ਹੀ ਕਰਨ ਲੱਗ ਜਾਂਦੇ ਨੇ, ਤੇ ਫਿਰ ਪਰਮੇਸ਼ਰ ਕਿਸੇ ਨਾ ਕਿਸੇ ਰੂਪ ਵਿੱਚ ਉਹਨਾਂ ਦਾ ਖਾਤਮਾ ਕਰਦੇ ਨੇ। ਇਸ ਕਰਕੇ ਹੈ ਕਿ ਸ਼ਕਤੀ ਤਾਂ ਹਰੇਕ ਕੋਲ ਆਈ, ਪਰ ਉਹਨੇ ਫਿਰ ਸ਼ਕਤੀ ਦੁਨੀਆ ਨੂੰ ਇਉਂ ਦਿਖਾਈ ਕਿ ਮੈਨੂੰ ਮੰਨੋ ਬਈ, ਮੈਨੂੰ ਮੱਥਾ ਟੇਕੋ ਬਈ, ਮੇਰੇ 'ਚ ਸ਼ਕਤੀ ਹੈ। ਪਰਮੇਸ਼ਰ ਨੂੰ ਇਹ ਚੀਜ਼ਾਂ ਨਹੀਂ ਭਾਉਂਦੀਆਂ ਹੁੰਦੀਆਂ। ਫਿਰ ਪਰਮੇਸ਼ਰ ਕੀ ਕਰਦੇ ਨੇ, ਜੇ ਤਾਂ ਦੇਖਣ ਨੂੰ ਕੰਮ ਛੋਟਾ ਹੀ ਆ, ਫਿਰ ਤਾਂ ਅਕਸਰ ਹੀ ਵਿਸ਼ਨੂੰ ਜੀ ਡਿਊਟੀ ਲੱਗਦੀ ਹੈ, ਜਾਓ ਖਤਮ ਕਰਕੇ ਆਓ ਇਹਨਾਂ ਨੂੰ। ਜੇ ਦੇਖਣ ਵੀ ਹੁਣ ਕੰਮ ਅੱਗਿਓਂ ਬਹੁਤ ਤਕੜਾ, ਕਈ ਵਾਰ ਇਹਨਾਂ ਨੇ ਵੀ ਜਵਾਬ ਦੇ ਦਿੱਤਾ। ਸੋ ਜਿਹੜਾ ਸਰਬਲੋਹ ਰੂਪ ਧਾਰਿਆ ਪਰਮੇਸ਼ਰ ਨੇ ਇੱਕ ਵਾਰੀ, ਉਦੋਂ ਇਹਨਾਂ ਨੇ ਜਵਾਬ ਦੇ ਦਿੱਤਾ ਸੀ, ਇਹ ਨਹੀਂ ਸਾਤੋਂ ਹੋਣਾ ਜੀ, ਕੰਮ ਇਹ ਬਹੁਤ ਵੱਡਾ ਕੰਮ ਹੈ। ਫਿਰ ਪਰਮੇਸ਼ਰ ਆਪ ਕਰ ਦਿੰਦੇ ਨੇ। ਜਿੰਨੀ ਜਿੰਨੀ ਲੋੜ ਹੁੰਦੀ ਆ ਓਨੀ ਓਨੀ ਪਰਮੇਸ਼ਰ ਸਮਰੱਥਾ ਦੇ ਕੇ ਆਪਣੇ ਸੇਵਕਾਂ ਪਾਸੋਂ ਕਰਮ ਕਰਵਾ ਲੈਂਦੇ ਹਨ। ਅਸਥਾਪਨ ਕੀਨੀ ਜਗ ਜੋਨੀ। ਸੋ ਫਿਰ ਇਸ ਤਰੀਕੇ ਨਾਲ ਪਰਮੇਸ਼ਰ ਜੀ ਨੇ ਕਿਰਪਾ ਕੀਤੀ, ਉਹਨੂੰ ਮਾਰ ਕਰਕੇ ਧਰਤੀ ਨੂੰ ਫੇਰ ਬਚਾਇਆ ਪਰਮਾਤਮਾ ਨੇ। ਜਬ ਤਹਿ ਮਰਨ ਸੁਨਿਆ ਪਿਤ ਮੇਰੇ। ਜਦੋਂ ਮੇਰੇ ਪਿਤਾ ਨੇ ਮਰਨਾ ਸੁਣਿਆ ਆਪਣੇ ਭਰਾ ਦਾ, ਭਰਾਤ ਸੋਕ ਮੈਂ ਦੁਖਤ ਕਨੇਰੇ। ਸੋ ਭਰਾ ਦੇ ਸੋਗ ਵਿੱਚ ਮੇਰੇ ਪਿਤਾ ਨੂੰ ਬਹੁਤ ਦੁੱਖ ਹੋਇਆ ਸੀ। ਇਹ ਗੱਲ ਜਿਹੜੀ ਹਰਨਾਕਸ਼ ਦੀ ਚੱਲੀ ਸੀ, ਇੱਥੋਂ ਚੱਲੀ ਸੀ। ਇਹਦੇ ਭਰਾ ਨੂੰ ਪਰਮੇਸ਼ਰ ਨੇ ਰੂਪ ਧਾਰਨ ਕਰਕੇ ਮਾਰ ਦਿੱਤਾ, ਕਿਉਂਕਿ ਇਹ ਕੋਸ਼ਿਸ਼ ਕਰਦਾ ਕਿ ਧਰਤੀ ਸਾਰੀ ਡੋਬ ਹੀ ਦਿੰਦੇ ਆ। ਹੁਣ ਕਿਹੜਾ ਕੋਈ ਘੱਟ ਕਰੇ, ਜੇ ਤੁਹਾਡੇ ਕਿਸੇ 'ਚ ਸ਼ਕਤੀ ਆ ਜੇ, ਘੱਟ ਤਾਂ ਨਾ ਕਰੀਏ ਆਪਾਂ। ਇਸੇ ਕਰਕੇ ਮਹਾਰਾਜ ਕਹਿੰਦੇ ਇਹਨਾਂ ਨੂੰ ਸ਼ਕਤੀ ਨਹੀਂ ਦੇਣੀ। ਜਿਵੇਂ ਚੌਥੇ ਪਾਤਸ਼ਾਹ ਵੇਲੇ ਸਿੰਘ ਨੇ ਪੁੱਛਿਆ, ਗੁਰਸਿੱਖ ਕਹਿੰਦਾ ਮਹਾਰਾਜ ਤੁਸੀਂ ਕਹਿੰਦੇ ਬਾਣੀ ਨਾਲ ਸ਼ਕਤੀ ਬਹੁਤ ਆ ਜਾਂਦੀ, ਮੇਰੇ 'ਚ ਤਾਂ ਆਈ ਨਹੀਂ, ਮੈਂ ਤਾਂ ਇੰਨੀ ਬਾਣੀ ਰੋਜ਼ ਪੜ੍ਹਦਾ। ਮਹਾਰਾਜ ਕਹਿੰਦੇ ਕੰਮ ਕੀ ਕਰਨਾ, ਕੀ ਡਿਊਟੀ ਤੇਰੀ, ਸੇਵਾ ਕੀ ਹੈ? ਕਹਿੰਦੇ ਮੈਂ ਤਾਂ ਮਹਾਰਾਜ ਗ੍ਰਸਤੀ ਬੰਦਾ। ਸਤਿਗੁਰੂ ਕਹਿੰਦੇ ਜੇ ਸ਼ਕਤੀ ਆਊਗੀ ਫਿਰ ਕਿਸੇ ਨੂੰ ਤੰਗ ਕਰੇਗਾ ਨਾ, ਸ਼ਕਤੀ ਨਹੀਂ ਦੇਣੀ। ਸ਼ਕਤੀ ਫਿਰ ਦਿਖਾਉਣ ਲੱਗ ਜਾਂਦੇ ਤੁਸੀਂ, ਫਿਰ ਤੂੰ ਤਾਂ ਇੱਥੇ ਮੁਰਦੇ ਜਿਉਂਦਾ ਕਰਦਿਆ ਕਰੇਗਾ, ਫਿਰ ਤੂੰ ਕਹੇਗਾ ਮੈਂ ਹੀ ਸਤਿਗੁਰੂ ਹਾਂ। ਹੁਣ
बाबा अटल राय जी ने जिਉਂਦਾ करता। महाराज कहने ਜਾਂ ਤਾਂ ਤੂੰ ਰਹਿ ਪੁੱਤ ਜਾਂ मैं रहूंगा, बोल की करना। बात चुप करके आके इशनान करके शरीर छड़ दिता। बाबा गुरदित्ता जी ने गऊ जिਉਂਦੀ करती। 7वें पातशाह महाराज कहन लगे 6वें पातशाह बई ਜਾਂ ਤਾਂ ਹੁਣ ਤੁਸੀਂ ਰਹੋ ਜਾਂ ਫਿਰ ਅਸੀਂ ਰਹਾਂਗੇ। ਇਹ गऊ क्यों ਜਿਉਂਦੀ ਕੀਤੀ है? कहने महाराज पहाड़ी लोग मेरे पिछे पै गए, गलती ना गऊ मर गई। महाराज कहने बाई गਾਹਾਂ होर भी पहाड़ी राजे भी हैगे आ, कल ਨੂੰ राजा मर जू, ਉਹਦਾ ਮੁੰਡਾ ਮਰ ਜੂ, ਕਿਸੇ ਦਾ ਕੱਲ ਨੂੰ ਕਿਸੇ ਦਾ ਕੋਈ ਮਰ ਜੂ। ਇੱਥੇ ਕੀਰਤਪੁਰ ਸਾਹਿਬ ਲੋਕ ਲਾਈਨਾਂ ਲਾ ਲੈਣਗੇ, ਮਰੇ ਹੋਏ ਜਿਉਂਦਿਆਂ ਦਾ ਥਾਂ ਹੈ। ਬਾਬਾ ਗੁਰਦਿੱਤਾ ਜੀ ਕਹਿੰਦੇ 7 ਬਚਨ ਫਿਰ ਜਪਜੀ ਸਾਹਿਬ ਪੜ੍ਹਿਆ, ਜਾ ਕੇ ਸਰੀਰ ਛੱਡ ਦਿੱਤਾ। ਇਸ ਕਰਕੇ ਜਦੋਂ ਸ਼ਕਤੀ ਦਿੰਦੇ ਨੇ ਪ੍ਰਮਾਤਮਾ, ਲੋਕ ਕੀ ਕਰਦੇ ਨੇ ਹੌਲੀ ਹੌਲੀ ਨਾ, ਇੱਥੇ ਕਈ ਗੱਲਾਂ ਜਿਹੀਆਂ ਮਿਲ ਜਾਂਦੀਆਂ। ਕਈ ਸਾਧੂ ਸੰਤ ਜੀ ਕਹਿਣਗੇ ਮੈਂ 10ਵੇਂ ਪਾਤਸ਼ਾਹ ਹੀ ਆਇਆ ਹੋਇਆ, ਬਸ ਫਿਰ ਸਿੱਧੀ ਉਦੋਂ ਥੱਲੇ ਗੱਲ ਹੀ ਨਹੀਂ ਕਰਦੇ। ਇਹ ਜਦੋਂ ਮਾੜੀ ਜਿਹੀ ਸ਼ਕਤੀ ਆ ਜਾਂਦੀ, ਮੈਂ ਹੀ ਆਇਆ ਹੋਇਆ, ਮੈਂ ਪਰਮੇਸ਼ਰ ਹੀ ਹਾਂ। ਸੋ ਕਿਸੇ ਮਹਾਤਮਾ ਨੂੰ ਕਿਸੇ ਨੇ ਕਿਹਾ ਵੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਵਾ ਦਿਓ ਬਾਬਾ ਜੀ, ਮੂੰਹ ਤੇ ਹੱਥ ਫੇਰ ਕੇ ਕਹਿੰਦਾ ਆ ਦੇ ਗੁਰੂ ਨਾਨਕ ਹੀ ਬੈਠਾ, ਹੋਰ ਕੌਣ ਹੈ। ਜਦੋਂ ਫਿਰ ਇੰਨੀਆਂ ਗੱਲਾਂ ਹੋਣ ਲੱਗਦੀਆਂ ਸ਼ਕਤੀ ਪ੍ਰਾਪਤੀ ਕਰਕੇ, ਉੱਥੇ ਕੀ ਕਹਾਣੀ ਹੋਣੀ ਫਿਰ। ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਆ ਮਨੁੱਖ ਨੂੰ, ਦੈਂਤ ਨੂੰ, ਗਲਤ ਕਿਸਮ ਦੇ ਬੰਦੇ ਨੂੰ ਸ਼ਕਤੀ ਦੇ ਕੇ ਖੁਸ਼ ਨਹੀਂ ਹੁੰਦੇ। ਉਹ ਕਹਿੰਦੇ ਸ਼ਕਤੀ ਤਾਂ ਦੇਤੀ, ਹਰਨਾਕਸ਼ ਨੂੰ ਦਿੱਤੀ, ਰਾਵਣ ਨੂੰ ਦਿੱਤੇ ਵਾਰ ਬਥੇਰੇ, 10 ਸਿਰ ਲਾਤੇ ਰਾਵਣ ਦੇ। ਪਰ ਰਾਵਣ ਨੇ ਕੀ ਕੀਤਾ, ਕੰਸ ਨੇ ਕੀ ਕੀਤਾ, ਫਿਰ ਨਰੰਗੇ ਨੇ ਕੀ ਕੀਤਾ। ਜੇ ਸ਼ਕਤੀ ਦੇ ਦੇਣ, ਸ਼ਕਤੀ ਨਾਲ ਖਰਾਬੀਆਂ ਪਾਉਂਦੇ ਨੇ, ਫਿਰ ਪਰਮੇਸ਼ਰ ਨੂੰ ਅਵਤਾਰ ਧਾਰ ਕੇ ਕੋਈ ਨਾ ਕੋਈ ਮਾਰਨਾ ਪੈਂਦਾ। ਇਸ ਕਰਕੇ ਮਹਾਰਾਜ ਦੱਸ ਰਹੇ ਨੇ ਕਿ ਪਰਮੇਸ਼ਰ ਨੂੰ ਫਿਰ ਇਹ ਜਿੰਨੇ ਵੀ ਜੀਵ ਨੇ ਮਾਰਨੇ ਪਏ ਨੇ। ਤੋ ਇਸ ਤਰ੍ਹਾਂ ਸਾਧ ਸੰਗਤ ਜੀ, ਕਿਉਂਕਿ ਹੁਣ ਕੱਲ ਨੂੰ ਆਪਾਂ ਸ਼ਰਵਣ ਕਰਾਂਗੇ, ਬਾਕੀ ਦਾ ਪ੍ਰਸੰਗ ਆਪਣਾ ਸਮਾਂ ਸਮਾਪਤ ਹੈ, ਧਿਆਨ ਨਹੀਂ ਰਿਹਾ ਮੇਰਾ। 8:30 ਦਾ ਸਮਾਂ ਅੱਗੇ ਹੁੰਦਾ। ਸੋ ਅੱਜ ਢਾਡੀ ਸਿੰਘਾਂ ਨੇ ਵੀ ਥੋੜੀਆਂ ਵਾਰਾਂ ਸੁਣਾਉਣੀਆਂ ਆਪਾਂ ਨੂੰ। ਸੋ ਕੱਲ ਨੂੰ ਬਾਕੀ ਅੱਗੇ ਸ਼ਰਵਣ ਕਰਾਂਗੇ। ਸਤਿਗੁਰੂ ਜਿਵੇਂ ਬਖਸ਼ਿਸ਼ ਕਰਨਗੇ ਆਪਣੇ ਤੇ ਪਿਆਰ ਸਤਿਕਾਰ ਨਾਲ ਜਿੰਨਾ ਸ਼ਰਵਣ ਕੀਤਾ, ਗੌਰ ਕਰਿਓ, ਇਹਦੇ ਤੇ ਵਿਚਾਰ ਕਰਿਓ ਕਿ ਆਪਾਂ ਕਿੱਥੇ ਬੈਠੇ ਆ, ਤੇ ਉਹ ਜਿਹੜੇ ਭਗਤ ਸੀ ਕਿੱਥੇ ਤੱਕ ਪਹੁੰਚ ਚੁੱਕੇ ਸਨ, ਤੇ ਭਗਤੀ ਨਾਲ ਕਿੱਥੇ ਤੱਕ ਜਾਇਆ ਜਾ ਸਕਦਾ। ਤੇ ਭਗਤੀ ਕਰਨ ਵਾਲੇ ਮਹਾਰਾਜ ਦੀ ਕਿਰਪਾ ਨਾਲ ਬਹੁਤ ਉੱਚੇ ਚਲੇ ਜਾਂਦੇ ਨੇ, ਕਿਰਪਾ ਹੋ ਜਾਂਦੀ ਹੈ ਮਹਾਰਾਜ ਦੀ। ਮੈਂ ਬਹੁਤ ਸਾਰੀਆਂ ਐਸੀ ਚੀਜ਼ਾਂ, ਕਿਉਂਕਿ ਅਸੀਂ ਆਮ ਤੌਰ ਤੇ ਮਹਾਤਮਾ ਨਾਲ ਦੇਖਦੇ ਰਹਿੰਦੇ ਬਹੁਤ ਕੁਝ, ਤਾਂ ਸਾਨੂੰ ਪਤਾ ਵੀ ਹੁੰਦਾ। ਸੋ ਜਿਵੇਂ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਖਾਂ ਨੇ ਕਿਹਾ ਸੀ, ਆਪਣੇ ਨਾਲ ਭਾਈ ਪਰਮਜੀਤ ਸਿੰਘ ਸੇਵਾਦਾਰ ਉਹਨਾਂ ਦੇ, ਕਹਿੰਦਾ ਮਹਾਂਪੁਰਖ ਕਹਿਣ ਲੱਗੇ ਸਮੁੰਦਰ ਬਹੁਤ ਭਾਰੀ ਚੜ੍ਹ ਕੇ ਆ ਰਿਹਾ, ਨੁਕਸਾਨ ਕਰੂਗਾ ਇਹ। 10 ਕੁ ਦਿਨ ਪਹਿਲਾਂ ਲਹਿਰਾਂ ਤੋਂ ਦੱਸ ਦਿੱਤਾ, ਸੁਨਾਮੀ ਲਹਿਰਾਂ ਤੋਂ ਪਹਿਲਾਂ। ਕਹਿੰਦੇ ਐਂ ਕਰੋ, 5 ਸਿੰਘ ਲੈ ਕੇ ਨਾ ਅਰਦਾਸ ਕਰੀ ਜਾਓ ਤੇ ਪਾਠ ਕਰਨ ਲਾ ਦਿਓ ਸਾਰੀ ਸੰਗਤ ਨੂੰ। ਕਹਿੰਦੇ ਕੁਛ ਤਾਂ ਘਟਾਈਏ ਇਹਨੂੰ। ਫਿਰ ਬੇਨਤੀਆਂ ਕਰ ਕਰਕੇ 10 ਗੁਣਾ ਘਟਾਇਆ ਸੀ ਉਹਨੂੰ। ਕਹਿੰਦੇ 10 ਗੁਣਾ ਇਸ ਤੋਂ ਜ਼ਿਆਦਾ ਸੁਨਾਮੀ ਲਹਿਰ ਆਉਣੀ ਸੀ ਤੇ ਕਰੋੜਾਂ ਬੰਦੇ ਮਰ ਜਾਣੇ ਸੀ। ਕਹਿੰਦੇ ਭਾਈ, ਪਰ ਪਰਮੇਸ਼ਰ ਨੇ ਸਾਡੀ ਬੇਨਤੀ ਮੰਨ ਲਈ। ਮਹਾਤਮਾ ਮਾਤਾ ਪਿਤਾ ਵਾਂਗੂ ਸ੍ਰਿਸ਼ਟੀ ਦੀ ਰਚਨਾ ਕਰਕੇ ਬਚਾਉਂਦੇ ਵੀ ਨੇ ਇਹਨੂੰ। ਇਸ ਕਰਕੇ ਆਪਾਂ ਜਿੰਨਾ ਇੱਥੇ ਜਾਪ ਕਰਦੇ ਵੇ ਕਿ ਭਗਤੀ ਕਰਦੇ, ਕਥਾ ਕਰਦੇ, ਕੀਰਤਨ ਕਰਦੇ ਆ, ਇਹਦੇ ਨਾਲ ਦੁਨੀਆ ਦਾ ਭਲਾ ਹੁੰਦਾ, ਧਰਤੀ ਦਾ ਭਲਾ ਹੋ ਜਾਂਦਾ। ਵਾਹਿਗੁਰੂ 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 ਵਾਹਿਗੁਰੂ